कहना भी रात को जब नेरी रुकी की डिठे ख्वाब देर ताईं रोंदे रहे मैं ते मेरा पंजाब। भी विर्क साहब ने ਇੰਨੀ ਲੇਟ ਏਜ ਵਿੱਚ ਆ ਕੇ ਕਿਉਂ ਬੀਜੇਪੀ ਜੁਆਇਨ ਕੀਤੀ ਹੈ? ਅੱਛਾ ਭੋਲਾ, ਇਹ ਤਾਂ ਪਹਿਲੀ ਦਫਾ ਗੱਲ ਆਈ ਹੈ ਕਿ ਭੋਲਾ ਤੁਹਾਡੇ ਟਾਈਮ ਦਾ ਐਕਟਿਵ ਹੈ। ਇਹ ਮੈਂ ਪਹਿਲੀ ਵਾਰੀ ਦੇਖਿਆ ਕਿ ਕਹਿੰਦੇ ਇਸ ਰੁਤਬੇ ਦਾ ਲੀਡਰ ਇੱਕ ਓਪਨ ਮਾਫੀ ਮੰਗਦਾ, ਇੱਕ ਗੋਲੀ ਮੇਰੇ ਇੱਥੇ ਲੱਗੀ। ਉਹ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਉਹ ਕੀ ਉਸ ਵੇਲੇ ਹਾਲਾਤ ਬਣੇ ਕਿ ਅਚਾਨਕ ਬਲੈਕ ਥੰਡਰ ਆਪਰੇਸ਼ਨ ਪਲਾਨ ਕਰ ਲਿੱਤਾ ਗਿਆ। ਠੀਕ ਹੈ। ਅੱਛਾ, ਹੁਣ ਜਿਹੜੇ ਮੁੰਡੇ ਪਾਕਿਸਤਾਨ ਤੋਂ ਮੁੜੇ ਔਰ ਜਿਹੜੇ ਇੱਥੇ ਜ਼ਿਲ੍ਹਾ ਤੋਂ ਬਾਹਰ ਆ ਗਏ, ਉਹ ਸਡਨਲੀ ਜਿਹੜੇ ਟੈਰਰਿਸਟ ਬੈਕਗਰਾਊਂਡ ਦੇ ਮੁੰਡੇ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਜੀ। 9 ਮਈ 1988 ਦੀ ਗੱਲ ਹੈ, ਜਿਸ ਦਿਨ ਬਲੈਕ ਥੰਡਰ ਸ਼ੁਰੂ ਹੋਇਆ, ਜਿਸ ਦਿਨ ਮੇਰੇ ਗੋਲੀ ਲੱਗੀ ਹੈ। ਜਿਹੜੇ ਅੰਦਰ ਖਾੜਕੂ ਮੁੰਡੇ ਨੇ ਨੌਜਵਾਨ, ਉਹਨਾਂ ਨੇ ਉੱਥੇ ਇੱਕ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਗਲੀ ਬਲੌਕ ਕਰ ਦਿੱਤੀ ਜਾਵੇ ਤੇ ਸਰ ਉਹ ਫਾਇਰਿੰਗ ਪੋਜੀਸ਼ਨ ਦੇ ਰਹੇ ਹਨ, ਸਾਰੇ ਲੋਕ ਪੋਜੀਸ਼ਨ ਲੈ ਲਓ। ਅਸੀਂ ਓਪਨ 'ਚ ਖੜੇ ਸੀ, ਤੁਸੀਂ ਬੁਰੀ ਤਰ੍ਹਾਂ ਉਹਨਾਂ ਦੇ ਪੂਰੀ ਤਰ੍ਹਾਂ ਉਹਨਾਂ ਦੇ ਮੋਰਚਿਆਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿਓ, ਦਰਬਾਰ ਸਾਹਿਬ ਨੂੰ ਬਚਾ ਲਓ। SLR ਚੱਲ ਰਹੀਆਂ, ਗੋਲੀਆਂ ਖੱਬੇ ਸੱਜੇ ਸਾਡੇ ਵੱਜ ਰਹੀਆਂ ਸੀ। ਸ਼ਾਮ ਤੱਕ ਗੋਲੀ ਚੱਲਦੀ ਰਹੀ, ਮੇਰੇ ਖਿਆਲ 5-7 ਹਜ਼ਾਰ ਗੋਲੀ ਦੋਨੋਂ ਪਾਸੇ ਚੱਲ ਗਈ ਹੋਣੀ ਹੈ। ਬਲੂ ਸਟਾਰ ਦੇ ਅੰਦਰ ਪੂਰੇ ਪੰਜਾਬ ਕਰਫਿਊ ਲਾਤਾ ਗਿਆ, ਇਸ ਤਰ੍ਹਾਂ ਕੁਝ ਨਹੀਂ ਕੀਤਾ ਗਿਆ। ਉਹ ਨਾ ਦੱਸਿਆ ਹੀ ਬੈਟਰ ਹੈ। ਮੈਂ ਉਸ ਵੇਲੇ ਸਰਕਾਰ ਦੇ ਨੋਟਿਸ 'ਚ ਲਿਆਂਦਾ ਸੀ ਕਿ ਡਰੱਗਸ ਆਉਣ ਵਾਲੇ ਵਕਤ ਸਾਡੇ ਲਈ ਬਹੁਤ ਵੱਡਾ ਚੈਲੰਜ ਬਣੇਗੀ। ਜਿਹੜੀ ਬੀਜੇਪੀ ਅਗਰ ਪੰਜਾਬ 'ਚ ਆਉਂਦੀ ਹੈ ਤੇ ਉਹ ਕਿਸ ਤਰ੍ਹਾਂ ਇਹਨਾਂ ਸਾਰੇ ਮਸਲਿਆਂ ਨੂੰ ਹੈਂਡਲ ਕਰੇਗੀ ਔਰ ਇੱਕ ਆਮ ਬੰਦੇ ਨੂੰ ਕਿਵੇਂ ਰਿਲੀਫ ਮਿਲੇਗਾ? ਸਟੇਟ ਦੇ ਅੰਦਰ ਜੋ ਕੁਝ ਨਹੀਂ ਹੋਇਆ ਪਿਛਲੇ 25 ਸਾਲਾਂ 'ਚ ਉਹ ਕੀਤਾ ਜਾਵੇ। ਤੁਸੀਂ ਅੱਜ ਪੰਜਾਬ ਦੇ ਜੇ ਤੁਸੀਂ ਦੇਖੋ ਕਿੰਨੀ ਨੌਕਰੀ ਖਾਲੀ ਹੈ, ਅੱਜ ਪੰਜਾਬ ਦੇ ਵਿੱਚ ਘੱਟੋ ਘੱਟ ਸਰਕਾਰੀ ਨੌਕਰੀ ਜਿਹੜੀ ਖਾਲੀ ਪਈ ਹੈ ਉਹ 2 ਤੋਂ 3 ਲੱਖ ਹੋਏਗੀ ਜੀ। ਭਗਤ ਸਿੰਘ ਜੀ ਦੀ ਸਮਾਧ ਪਾਕਿਸਤਾਨ ਵੱਲ ਚਲੀ ਗਈ ਸੀ। क्या ऐसा कोई प्रपोजल हो सकती है कि करतारपुर साहब? सारे दर्शकों का बहुत बहुत स्वागत है। जदों दे प्रधानमंत्री जी ने काले कानून वापस लए ने उदों दे ही बीजेपी दे विच वड्डे चेहरे शामिल होने शुरू हो गए और सब तो वड्डा चेहरा जे मैं गल करा पंजाब दे विच जो सब तो पहला शामिल होया वो एक्स DGP पंजाब और महाराष्ट्र SS ਵਿਰਕ ਸਾਹਿਬ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਚਾਨਣ ਪਾ ਦਿਆਂ। ਇਹਨਾਂ ਦੇ ਫਾਦਰ ਸਰਦਾਰ ਕੁਲਦੀਪ ਸਿੰਘ ਸੀਗੇ ਔਰ ਉਹ ਇੱਕ ਰਿਟਾਇਰਡ IAS ਅਫਸਰ ਰਹੇ ਨੇ ਔਰ ਉਹਨਾਂ ਨੂੰ 1966 ਵਿੱਚ ਪਦਮ ਸ਼੍ਰੀ ਮਿਲਿਆ ਔਰ ਵਿਰਕ ਸਾਹਿਬ ਨੂੰ 1988 ਦੇ ਵਿੱਚ ਪਦਮ ਸ਼੍ਰੀ ਦਿੱਤਾ ਗਵਰਨਮੈਂਟ ਆਫ ਇੰਡੀਆ ਨੇ। ਅੱਜ ਵਿਰਕ ਸਾਹਿਬ ਨਾਲ ਖਾਸ ਗੱਲਬਾਤ ਕਰਦੇ ਹਾਂ ਵੀ ਵਿਰਕ ਸਾਹਿਬ ਨੇ ਇੰਨੀ ਲੇਟ ਏਜ ਵਿੱਚ ਆ ਕੇ ਕਿਉਂ BJP ਜੁਆਇਨ ਕੀਤੀ ਹੈ। ਸਰ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡੇ ਦਰਸ਼ਕਾਂ ਨੂੰ ਵੀ ਮੇਰੀਆਂ ਬਹੁਤ ਬਹੁਤ ਸ਼ੁਭੇच्छਾਵਾਂ। ਸਰ ਇਸ ਉਮਰ 'ਚ ਆ ਕੇ ਕਿਉਂਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਬਿਲਕੁਲ ਆਪਣੀ ਇੱਕ ਰਿਟਾਇਰਡ ਲਾਈਫ ਜੀ ਰਹੇ ਸੀ ਔਰ ਅਚਾਨਕ BJP ਜੁਆਇਨ ਕਰਨ ਦਾ ਫੈਸਲਾ ਕਿਵੇਂ ਲਿਆ? ਰਣਵੀਰ ਜੀ, ਇੱਦਾਂ ਹੈ, ਮੈਂ ਕੋਈ ਪੋਲੀਟੀਕਲ ਕਨੈਕਸ਼ਨ ਵਾਲਾ ਬੰਦਾ ਨਹੀਂ ਸਾਂ। ਮੈਂ ਕਦੇ ਵੀ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਲਾਈਨਡ ਨਹੀਂ ਰਿਹਾ ਔਰ ਜਦੋਂ ਮੈਂ ਰਿਟਾਇਰ ਹੋ ਗਿਆ ਉਸ ਤੋਂ ਬਾਅਦ ਮੈਂ ਆ ਕੇ ਆਪਣਾ ਜਿਵੇਂ ਖੇਤੀ ਕਰੀਦੀ ਹੈ ਰਿਟਾਇਰਡ ਲਾਈਫ ਲੀਡ ਕਰਨ ਲੱਗ ਪਿਆ ਜੀ। ਹਾਂ, ਜਦੋਂ ਕਿਸਾਨਾਂ ਦਾ ਮਸਲਾ ਸ਼ੁਰੂ ਹੋਇਆ ਉਹਦੇ ਵਿੱਚ ਮੇਰੀ ਸਿੰਪਥੀ ਜ਼ਰੂਰ ਕਿਸਾਨਾਂ ਦੇ ਨਾਲ ਸੀ ਔਰ ਮੈਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦਾ ਰਿਹਾ। ਜੋ ਡਿਵੈਲਪਮੈਂਟਸ ਹੋਈਆਂ ਸੀ ਉਹਨਾਂ ਨਾਲ ਮੈਂ ਕਾਫੀ ਇੰਪ੍ਰੈਸ ਹੋਇਆ ਹਾਂ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਸਡਨਲੀ ਵਾਪਸ ਲੈ ਲਏ, ਜਦੋਂ ਇੱਕ ਵਾਰੀ ਰਿਅਲਾਈਜ਼ ਕਰ ਲਿਆ, ਨਾ ਸਿਰਫ ਵਾਪਸ ਲੈ ਲਏ ਬਲਕਿ ਇੱਕ ਬੜੀ ਓਪਨ ਜੀ ਮਾਫੀ ਮੰਗੀ। ਸਾਡੇ ਸਿਸਟਮ 'ਚ ਜਿਹੜਾ ਵੱਡਾ ਬੰਦਾ ਹੁੰਦਾ ਨਾ ਉਹ ਮਾਫੀ ਨਹੀਂ ਮੰਗਦਾ ਹੁੰਦਾ ਜੀ, ਭਾਵੇਂ ਉਹ ਬੇਅਦਬੀ ਹੋ ਜੇ, ਉਹ ਕਿਸ ਤਰ੍ਹਾਂ ਗੱਲ ਗੋਲ ਕਰ ਜਾਣਗੇ ਵੀ ਜੇ ਉਹ ਗਲਤੀ ਹੋ ਗਈ ਸੀ ਜੀ, ਬਲੂ ਸਟਾਰ ਗਲਤੀ ਹੋ ਗਈ ਸੀ ਜੀ, ਪਰ ਇੱਦਾਂ ਜੀ ਮਾਫੀ ਕੋਈ ਨਹੀਂ ਮੰਗੇਗਾ। ਇਹ ਮੈਂ ਪਹਿਲੀ ਵਾਰੀ ਦੇਖਿਆ ਕਿ ਕਹਿੰਦੇ ਇਸ ਰੁਤਬੇ ਦਾ ਲੀਡਰ ਇੱਕ ਓਪਨ ਮਾਫੀ ਮੰਗਦਾ। ਸਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਬਲੂ ਸਟਾਰ, ਤੁਸੀਂ ਜੂਨ ਦੇ ਵਿੱਚ ਬਲੂ ਸਟਾਰ ਹੋਇਆ ਸੀ 1984 'ਚ ਤੇ ਸ਼ਾਇਦ ਤੁਸੀਂ ਜੁਲਾਈ ਅਗਸਤ ਵਿੱਚ ਪੰਜਾਬ 'ਚ ਟ੍ਰਾਂਸਫਰ ਹੋ ਕੇ ਆ ਗਏ ਸੀਗੇ।
ਬਹੁਤ ਸਾਰੇ ਐਸੇ ਰਾਜ਼ ਨੇ ਕਿ ਜਿਹੜੇ ਅੱਜ ਤੱਕ ਲੋਕਾਂ ਦੇ ਸਾਹਮਣੇ ਨਹੀਂ ਆਏ। ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵੀ ਬਲੂ ਸਟਾਰ ਤੋਂ ਬਾਅਦ ਇੱਕ ਬਲੈਕ ਥੰਡਰ ਵੀ ਹੋਇਆ ਸੀ ਜਿੱਥੇ ਤੁਹਾਡੇ ਗੋਲੀ ਵੱਜੀ ਸੀ। ਉਹ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਉਹ ਕੀ ਉਸ ਵੇਲੇ ਹਾਲਾਤ ਬਣੇ ਕਿ ਅਚਾਨਕ ਬਲੈਕ ਥੰਡਰ ਆਪਰੇਸ਼ਨ ਪਲਾਨ ਕਰ ਲਿੱਤਾ ਗਿਆ ਔਰ ਫਿਰ ਉਸ ਨੂੰ ਕਾਫੀ ਕਾਮਯਾਬੀ ਮਿਲੀ। ਦੇਖੋ ਉਹਨਾਂ ਦਿਨਾਂ ਦੇ ਵਿੱਚ ਸਨ 88 ਦੇ ਵਿੱਚ ਜੀ ਤੁਸੀਂ 85 ਦੇ ਅਖੀਰ ਦਸੰਬਰ ਦੇ ਮਹੀਨੇ ਤੇ 86 ਦੇ ਸ਼ੁਰੂਆਤ ਦੇ ਮਹੀਨੇ ਜਦੋਂ ਅਕਾਲੀ ਸਰਕਾਰ ਇੱਥੇ ਬਣ ਗਈ ਤੇ ਬਹੁਤ ਸਾਰੇ ਟੈਰਰਿਸਟ ਜਿਹੜੇ ਬਲੂ ਸਟਾਰ ਦੇ ਟਾਈਮ ਦੇ ਉੱਤੇ ਜਾਂ ਆਪਰੇਸ਼ਨ ਵੁੱਡ ਰੋਜ਼ ਦੇ ਟਾਈਮ ਤੇ ਜੀ ਪਾਕਿਸਤਾਨ ਚਲੇ ਗਏ ਸੀ, ਉਹ ਮੁੜਨੇ ਸ਼ੁਰੂ ਹੋ ਗਏ। ਜੀ ਜਦੋਂ ਉਹ ਵਾਪਸ ਆਏ ਤੇ ਉਹਨਾਂ ਨੇ ਇੱਥੇ ਆ ਕੇ ਫਿਰ ਆਰਗੇਨਾਈਜ਼ ਕਰਨਾ ਸ਼ੁਰੂ ਕਰ ਦਿੱਤਾ, ਇਕੱਠੇ ਹੋਣਾ ਸ਼ੁਰੂ ਕਰ ਦਿੱਤਾ ਜੀ ਔਰ ਦਰਬਾਰ ਸਾਹਿਬ ਥੋੜੇ ਦਿਨਾਂ ਦੇ ਵਿੱਚ ਦੁਬਾਰਾ ਉਹਨਾਂ ਦਾ ਇੱਕ ਗੜ ਬਣ ਗਿਆ। ਜੀ ਉਸੇ ਤਰ੍ਹਾਂ ਪੰਜਾਬ ਦੇ ਅੰਦਰ ਅਕਾਲੀ ਸਰਕਾਰ ਨੇ ਆਪਣੇ ਵੱਲੋਂ ਇਹ ਸੋਚ ਕੇ ਕਿ ਜੋ ਵੀ ਕਾਂਗਰਸ ਦੇ ਟਾਈਮ ਤੇ ਹੋ ਰਿਹਾ ਸੀ ਉਹ ਸਾਰਾ ਗਲਤ ਸੀ। ਦੇਖੋ ਗਲਤੀਆਂ ਥੋੜੀਆਂ ਬਹੁਤੀਆਂ ਹਰ ਸਰਕਾਰ ਤੋਂ ਹੋ ਜਾਂਦੀਆਂ ਜੀ ਪਰ ਕਦੇ ਸੋਚ ਲੈਣਾ ਕਿ ਸਾਰਾ ਕੁਝ ਹੀ ਗਲਤ ਸੀ ਉਹ ਸਹੀ ਨਹੀਂ ਹੁੰਦਾ। ਜੀ ਉਸ ਚੀਜ਼ ਨੂੰ ਸਾਰਾ ਇੱਕ ਵਾਰੀ ਸਮਝ ਕੇ ਕਰਨਾ ਹਮੇਸ਼ਾ ਚੰਗੇ ਰਿਜ਼ਲਟ ਦਿੰਦਾ। ਅੱਛਾ, ਸਡਨਲੀ ਇੱਕ ਕਮੇਟੀ ਬਣਾ ਦਿੱਤੀ ਗਈ, ਜਿੰਨੇ ਟੈਰਰਿਸਟ ਕੇਸਿਸ ਕੋਰਟਾਂ 'ਚ ਗਏ ਹੋਏ ਸੀ, ਜਿੰਨੇ ਕਤਲ ਦੇ ਮੁਕੱਦਮੇ ਸੀ ਜੀ ਜਿੰਨੇ ਟੈਰਰਿਸਟ ਦੇ ਸੀਰੀਅਸ ਕੇਸਿਸ ਸਨ, ਉਹ ਸਾਰੇ ਇੱਕ ਕਮੇਟੀ ਬਣਾ ਕੇ ਉਹ ਰਿਵਿਊ ਕਰਨੇ ਸ਼ੁਰੂ ਕਰ ਦਿੱਤੇ। ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੇਸਿਸ ਜਿਹੜੇ ਚਲਾਨ ਹੋ ਚੁੱਕੇ ਸੀ, ਟ੍ਰਾਇਲ ਸ਼ੁਰੂ ਹੋ ਚੁੱਕੇ ਸੀ, ਉਹ ਸਾਰੇ ਕੇਸਿਸ ਕੈਂਸਲ ਕਰ ਦਿੱਤੇ, ਉਹ ਵੀ ਮੁੰਡੇ ਬਾਹਰ ਆ ਗਏ। ਠੀਕ ਹੈ। ਅੱਛਾ, ਹੁਣ ਜਿਹੜੇ ਮੁੰਡੇ ਪਾਕਿਸਤਾਨ ਤੋਂ ਮੁੜੇ ਔਰ ਜਿਹੜੇ ਇੱਥੇ ਜ਼ਿਲ੍ਹਾ ਚੋਂ ਬਾਹਰ ਆ ਗਏ, ਉਹ ਸਡਨਲੀ ਜਿਹੜੇ ਟੈਰਰਿਸਟ ਬੈਕਗਰਾਊਂਡ ਦੇ ਮੁੰਡੇ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਜੀ। ਅੱਛਾ, ਔਰ ਉਹਨਾਂ ਨੂੰ ਰੋਕਣ ਲਈ ਅਕਾਲੀ ਸਰਕਾਰ ਜੀ ਨੇ ਜੋ ਪ੍ਰੋਮਿਸ ਕੀਤੇ ਸੀ ਕਿ ਅਸੀਂ ਆਹ ਸਟੈਪ ਲਵਾਂਗੇ, ਉਹ ਸ਼ਾਇਦ ਉਹਨਾਂ ਬੋਲਡਲੀ ਉਹ ਸਟੈਪ ਲੈ ਨਹੀਂ ਸਕੇ ਜੀ। ਔਰ ਬਹੁਤ ਜਲਦੀ ਮਿਲੀਟੈਂਟਸ ਮੁੰਡਿਆਂ ਨੇ ਉੱਥੇ 26 ਜਨਵਰੀ ਨੂੰ ਸਰਬੱਤ ਖਾਲਸਾ ਕੀਤਾ। ਉਹਨਾਂ ਨੇ SGPC ਡਿਸੋਲਵ ਕਰ ਦਿੱਤੀ, ਹਾਲਾਂਕਿ ਡਿਸੋਲਵ ਹੋਈ ਨਹੀਂ, ਉਸ ਨੂੰ ਅਕਾਲੀ ਦਲ ਨੇ ਫਿਰ ਅਪੋਜ਼ ਕਰਕੇ ਉਹਨਾਂ ਦੇ ਜਿੰਨੇ ਰੈਜ਼ੋਲੂਸ਼ਨ ਸੀ ਉਹ ਆਪਣੀ SGPC ਦਾ ਇਜਲਾਸ ਬੁਲਾ ਕੇ ਕੈਂਸਲ ਕੀਤੇ ਔਰ ਆਪਣੇ ਵੱਲੋਂ ਉਹਨਾਂ ਨੇ ਪੋਲੀਟੀਕਲੀ ਸਾਰਾ ਕਾਊਂਟਰ ਮੇਜਰਸ ਲਏ, ਉਲਟ ਮੇਜਰ ਸਾਰੇ ਲੈ ਕੇ ਜੋ ਵੀ ਉਹ ਪੋਲੀਟੀਕਲੀ ਉਹਨਾਂ ਨੇ ਕੀਤਾ ਸੀ ਜਾਂ ਕਾਨੂੰਨੀ ਤੌਰ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨੂੰ ਇੱਕ ਧਾਰਮਿਕ ਟੱਚ ਦਿੱਤਾ ਸੀ ਮਿਲੀਟੈਂਟਸ ਨੇ। ਅਕਾਲੀ ਦਲ ਨੇ ਉਹ ਸਾਰਾ ਕੁਝ ਉਲਟਾ ਪਾਤਾ ਕਿ ਉਹਨੂੰ ਇਫੈਕਟ ਲੈਣ ਨਹੀਂ ਦਿੱਤਾ, ਮਗਰ ਉਹਦਾ ਨਤੀਜਾ ਇਹ ਨਿਕਲਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਗੋਲਡਨ ਟੈਂਪਲ ਦੇ ਅੰਦਰ ਸੀ ਉਹ ਬਹੁਤ ਸਟਰੋਂਗ ਹੋ ਗਈ ਔਰ ਉਹ ਹੁੰਦੀ ਚਲੀ ਗਈ। ਔਰ ਜਿਸ ਤਰ੍ਹਾਂ ਉਹਨਾਂ ਨਾਲ ਮਤਲਬ ਇੱਕ ਮੁਕਾਬਲਾ ਕਰਨਾ ਚਾਹੀਦਾ ਸੀ, ਮੇਰੇ ਖਿਆਲ ਦੇ ਵਿੱਚ ਜਿਹੜੀ ਇੱਕ ਪੋਲੀਟੀਕਲ ਵਿਲ ਹੁੰਦੀ ਹੈ ਉਹਦੀ ਢਿੱਲ ਸੀ ਜੀ। ਤੇ ਅਸੀਂ ਇੱਕ ਦਿਨ ਮੈਂ 9 ਮਈ 1988 ਦੀ ਗੱਲ ਹੈ, ਜਿਸ ਦਿਨ ਬਲੈਕ ਥੰਡਰ ਸ਼ੁਰੂ ਹੋਇਆ, ਜਿਸ ਦਿਨ ਮੇਰੀ ਗੋਲੀ ਲੱਗੀ ਹੈ, ਉਸ ਦਿਨ ਕੁਝ ਕੇਸਿਸ ਵਾਰਦਾਤਾਂ ਟੈਰਰਿਸਟ ਨੇਚਰ ਦੀਆਂ ਅਜਨਾਲਾ ਸਬ ਤਹਿਸੀਲ 'ਚ ਹੋਈਆਂ ਸੀ, ਅਜਨਾਲਾ ਏਰੀਆ 'ਚ। ਤੇ ਮੈਂ ਉੱਥੇ ਗਿਆ ਤੇ ਮੈਨੂੰ ਅੰਮ੍ਰਿਤਸਰ ਦੇ DC ਸਰਦਾਰ ਸਰਬਜੀਤ ਸਿੰਘ ਮਿਲ ਗਏ। ਜੀ ਉੱਥੇ ਅਸੀਂ ਡੇਰਿਆਂ 'ਚ ਫਿਰਦੇ ਪਏ ਸੀ ਜਿੱਥੇ ਰਾਤ ਨੂੰ ਵਾਰਦਾਤਾਂ ਹੋਈਆਂ ਸੀ ਔਰ ਕੁਝ ਲੋਕ ਮਾਰੇ ਗਏ ਸੀ। ਉੱਥੇ ਅਸੀਂ ਮਿਲੇ ਤੇ ਅਸੀਂ ਉਦੋਂ ਤੱਕ ਘੁੰਮ ਬੈਠੇ ਸਾਂ ਸਾਰੇ, ਤੇ ਪਾਰਟੀਆਂ ਕੇਸ ਰਜਿਸਟਰ ਕਰਕੇ ਉਹਨਾਂ ਦਾ ਪਿੱਛਾ ਵਗੈਰਾ ਸ਼ੁਰੂ ਕੀਤਾ ਹੋਇਆ ਸੀ। ਤੇ ਮੈਂ ਤੇ ਸਰਬਜੀਤ ਸਿੰਘ ਇਕੱਠੇ ਮੇਰੀ ਗੱਡੀ 'ਚ ਵਾਪਸ ਅੰਮ੍ਰਿਤਸਰ ਆ ਗਏ। ਮੈਂ ਉਹਨਾਂ ਦੇ ਦਫ਼ਤਰ ਛੱਡਿਆ, ਆਪ CRP ਦੇ ਕੰਟਰੋਲ ਰੂਮ ਚਲਾ ਗਿਆ ਜਿੱਥੇ ਮੈਂ DIG ਵਜੋਂ ਆਪਰੇਸ਼ਨ ਦਾ ਕੰਮ ਕਰਦਾ ਸਾਂ, ਐਂਟੀ ਟੈਰਰਿਸਟ ਆਪਰੇਸ਼ਨ। ਮੈਂ DIG CRP ਸਾਂ ਔਰ ਗਿੱਲ ਸਾਹਿਬ IG CRP ਸਨ। 86 'ਚ ਆਏ, ਅਸੀਂ ਦੋਨੋਂ 86 ਦੇ ਵਿੱਚ ਆਏ ਸਾਂ CRP 'ਚ, ਤੇ ਗਿੱਲ ਸਾਹਿਬ ਬਾਅਦ ਵਿੱਚ ਐਡੀਸ਼ਨਲ DG ਪੰਜਾਬ ਬਣ ਗਏ ਔਰ 88 ਦੇ ਅਪ੍ਰੈਲ ਮਹੀਨੇ ਦੇ ਵਿੱਚ DG ਪੰਜਾਬ ਦਾ ਚਾਰਜ ਇਹਨਾਂ ਨੇ ਲੈ ਲਿਆ ਸੀ ਰਿਬਰੋ ਸਾਹਿਬ ਤੋਂ, ਔਰ ਰਿਬਰੋ ਸਾਹਿਬ ਸੀਨੀਅਰ ਐਡਵਾਈਜ਼ਰ ਬਣ ਗਏ ਸਨ। ਤੇ ਮੈਂ ਜਦੋਂ ਕੰਟਰੋਲ ਰੂਮ ਪਹੁੰਚਿਆ ਤੇ ਮੈਨੂੰ ਉਸੇ ਵੇਲੇ ਦੱਸਿਆ ਗਿਆ ਕਿ ਲਾਇਬ੍ਰੇਰੀ ਪੁਆਇੰਟ ਦਰਬਾਰ ਸਾਹਿਬ ਦੇ ਬਾਹਰ
ਇੱਕ ਗਲੀ ਹੈ, ਉਸ ਗਲੀ ਦੇ ਅੰਦਰ ਇੱਕ ਪੁਰਾਣੀ ਡਿਸਕਾਰਡਡ ਬਿਲਡਿੰਗ ਹੈ 4 ਮੰਜ਼ਿਲਾ, ਉਹਦੇ ਕੋਲ ਆ ਕੇ ਜਿਹੜੇ ਅੰਦਰ ਖਾੜਕੂ ਮੁੰਡੇ ਨੇ ਨੌਜਵਾਨ, ਉਹਨਾਂ ਨੇ ਉੱਥੇ ਇੱਕ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਗਲੀ ਬਲੌਕ ਕਰ ਦਿੱਤੀ ਜਾਵੇ ਜੀ। ਤੇ ਮੈਂ ਉਸੇ ਵੇਲੇ ਤੇ ਉੱਥੇ ਹਾਲਾਤ ਟੈਂਸ ਨੇ, ਮੈਂ ਕਮਾਂਡੈਂਟ ਜਿਹੜੇ ਸੀ ਜਿਨ੍ਹਾਂ ਦਾ ਏਰੀਆ ਸੀ ਉਹਨਾਂ ਨੂੰ ਫੋਨ ਕੀਤਾ। ਉਹ ਕਹਿਣ ਲੱਗੇ ਸਰ ਬਹੁਤ ਐਗਰੈਸਿਵ ਹੋ ਰਹੇ ਨੇ। ਤੇ ਮੈਂ ਕਿਹਾ ਵੀ ਕੱਲ੍ਹ ਨੂੰ ਉਹ ਕਹਿੰਦੇ ਨੇ ਗੋਲੀ ਚੱਲੇਗੀ। ਮੈਂ ਕਿਹਾ ਭਾਈ ਗੋਲੀ ਚੱਲੇਗੀ, ਕੰਧ ਬਣਨ ਤੋਂ ਬਾਅਦ ਗੋਲੀ ਚੱਲੇਗੀ ਤਾਂ ਨੁਕਸਾਨ ਜ਼ਿਆਦਾ ਹੋਏਗਾ। ਤੇ ਜੋ ਹੁੰਦਾ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਜੇਕਰ ਉਹਨਾਂ ਨੂੰ ਕੋਈ ਕੁਝ ਨਹੀਂ ਕਹਿ ਰਿਹਾ ਤੇ ਘੱਟੋ ਘੱਟ ਬਾਹਰ ਤੇ ਉਹਨਾਂ ਨੂੰ ਅਸੀਂ ਰੋਕਣਾ ਸਾਡਾ ਫਰਜ਼ ਹੈ। ਉਹਨਾਂ ਨੂੰ ਰੋਕੋ ਤੇ ਰੀਇਨਫੋਰਸਮੈਂਟ ਉੱਥੇ ਭੇਜੋ, ਮੈਂ ਵੀ ਆ ਰਿਹਾ। ਮੈਂ ਉਸ ਤੋਂ ਬਾਅਦ ਫੋਨ ਕਰਕੇ SSP ਅੰਮ੍ਰਿਤਸਰ, ਉਹ ਵੀ ਮੇਰੇ ਨਾਲ ਚੱਲੇ। ਅਸੀਂ ਜਾ ਕੇ ਉੱਥੇ ਸਪੌਟ ਦੇ ਉੱਤੇ ਗੱਡੀਆਂ ਦਰਸ਼ਨੀ ਡਿਊਟੀ ਦੇ ਸਾਹਮਣੇ ਖੜੀਆਂ ਕਰਕੇ ਗਲੀਆਂ ਦੇ ਵਿੱਚੋਂ ਦੀ ਹੁੰਦੇ ਹੋਏ ਪੁਆਇੰਟ ਤੇ ਪਹੁੰਚ ਗਏ। ਮੁੰਡੇ ਸਾਨੂੰ ਦੇਖ ਕੇ ਉੱਥੋਂ ਭੱਜ ਗਏ। ਉਹਨਾਂ ਨੇ 1.5 ਫੁੱਟ ਦੇ ਕਰੀਬ ਕੰਧ ਬਣਾਈ ਸੀ, ਜਿਹੜੀ ਸਾਡੇ ਨਾਲ ਜਿਹੜੇ ਮੁੰਡੇ ਗਏ ਉਹਨਾਂ ਨੇ ਢਾਹ ਦਿੱਤੀ। ਇੰਨੇ ਸਾਡੇ ਸਾਹਮਣੇ ਬਾਹਰ ਸਾਡੀਆਂ ਪਿਕੇਟਸ ਸਨ ਉੱਚੀ ਜਗ੍ਹਾ ਦੇ ਉੱਤੇ। ਸਡਨਲੀ ਇੱਕ ਸੰਤਰੀ ਉੱਤੋਂ ਉਹਨੇ ਆਵਾਜ਼ ਦਿੱਤੀ ਕਿ ਸਰ ਉਹ ਫਾਇਰਿੰਗ ਪੋਜੀਸ਼ਨ ਲੈ ਰਹੇ ਹੈ, ਸਾਰੇ ਲੋਕ ਪੋਜੀਸ਼ਨ ਲੈ ਲਓ। ਅਸੀਂ ਓਪਨ 'ਚ ਖੜੇ ਸੀ ਤੇ ਉੱਥੇ ਇੱਕੋ ਦਮ ਪੋਜੀਸ਼ਨ ਲੈਣ ਵਾਲੀ ਕੋਈ ਜਗ੍ਹਾ ਨਹੀਂ ਸੀ। ਐਨੇ 'ਚ ਉੱਤੋਂ ਉਹਨਾਂ ਨੇ ਫਾਇਰਿੰਗ ਕੀਤੀ, ਜਿਹਦੇ 'ਚ ਉਹਨਾਂ ਨੇ ਇੱਕ ਬਰਸਟ ਮਾਰਿਆ। ਉਹਨਾਂ 'ਚੋਂ ਇੱਕ ਗੋਲੀ ਮੇਰੇ ਇੱਥੇ ਲੱਗੀ। ਅੱਛਾ, ਹੁਣ ਮੈਂ ਸਮਝ ਗਿਆ ਵੀ ਇੰਜਰਡ ਹੈਗਾ, ਪਰ ਕੋਈ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਵੀ ਨਹੀਂ ਸੀ ਲੱਗ ਰਹੀ। ਮੈਂ ਰੁਮਾਲ ਕੱਢ ਕੇ ਜੇਬ 'ਚੋਂ ਬੰਨ੍ਹ ਲਿਆ। ਅੱਛਾ, ਉਹਦੇ ਨਾਲ ਹੀ ਮੈਨੂੰ ਇਹ ਵੀ ਲੱਗ ਰਿਹਾ ਸੀ ਵੀ ਮੇਰੇ ਗੋਲੀ ਉਹਨਾਂ ਨੇ ਇੱਥੇ ਤੇ ਨਹੀਂ ਸੀ ਮਾਰੀ, ਮਾਰੀ ਤੇ ਸਿਰ 'ਚ ਸੀ ਮੈਨੂੰ ਮਾਰਨ ਲਈ। ਅੱਛਾ, ਮੈਂ ਬਚ ਗਿਆ। ਹਾਂਜੀ। ਅੱਛਾ, ਹੁਣ ਮੈਂ ਅੱਗੇ ਫੈਸਲਾ ਕਿਹਨੇ ਲੈਣਾ ਹੈ? ਮੈਂ ਲੈਣਾ ਹੈ ਜੀ, ਕਿਉਂਕਿ ਮੈਂ ਸੀਨੀਅਰ ਮੋਸਟ ਬੰਦਾ ਜੀ। ਅੱਛਾ, ਮੈਂ ਉਸੇ ਵੇਲੇ ਵਾਇਰਲੈਸ ਤੇ ਕਿਹਾ ਆਪਣੀ ਜਿਹੜੀਆਂ ਪਿਕੇਟ ਸੀ ਕਿ ਮੈਂ ਇੰਜਰ ਹੋਇਆ ਉਹਨਾਂ ਦੀ ਫਾਇਰਿੰਗ ਦੇ ਵਿੱਚ, ਪਰ ਮੈਂ ਠੀਕ ਹਾਂ। ਤੇ ਹੁਣ ਤੁਸੀਂ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਉਹਨਾਂ ਦੇ ਮੋਰਚਿਆਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿਓ। ਦਰਬਾਰ ਸਾਹਿਬ ਨੂੰ ਬਚਾ ਲਓ, ਸੈਂਟਮ ਸੈਂਟੋਰਮ ਵੱਲ ਕੋਈ ਗੋਲੀ ਨਾ ਜਾਵੇ, ਇਹਦਾ ਧਿਆਨ ਰੱਖੋ। ਤੇ ਜਿੱਥੇ ਜਿੱਥੇ ਮੋਰਚੇ ਨੇ ਉਹਨਾਂ ਤੋਂ ਜਿੱਥੋਂ ਗੋਲੀ ਚੱਲਦੀ ਹੈ ਉਹਨੂੰ ਪੂਰੀ ਤਰ੍ਹਾਂ ਜ਼ੋਰਦਾਰ ਫਾਇਰਿੰਗ ਕਰੋ ਔਰ ਉਹਨਾਂ ਨਾਲ ਟਕਰਾਓ। These are the orders ਜੀ। ਅੱਛਾ, ਥੋੜ੍ਹੀ ਦੇਰ ਦੇ ਵਿੱਚ ਹੀ ਸਾਡੇ ਮੋਰਚਿਆਂ ਤੋਂ ਉਹਨਾਂ ਦੇ ਮੋਰਚਿਆਂ 'ਤੇ ਫਾਇਰਿੰਗ ਸ਼ੁਰੂ ਹੋ ਗਈ। ਉਹਨਾਂ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ ਔਰ ਉੱਥੇ ਮੇਰੇ ਖਿਆਲ ਨਾਲ 5 ਮਿੰਟਾਂ ਦੇ ਵਿੱਚ ਇਹੋ ਜਿਹਾ 5-7 ਮਿੰਟਾਂ 'ਚ ਪੂਰੀ ਜਿਵੇਂ ਲੜਾਈ ਦੋਨੋਂ ਪਾਸਿਓਂ LMG ਚੱਲ ਰਹੀ ਹੈ, SLR ਚੱਲ ਰਹੀਆਂ, ਗੋਲੀਆਂ ਖੱਬੇ ਸੱਜੇ ਸਾਡੇ ਵੱਜ ਰਹੀਆਂ ਸੀ ਤੇ ਅਸੀਂ ਵੀ ਉਦੋਂ ਤੱਕ ਪੋਜੀਸ਼ਨ ਲੈ ਲਈ। ਅਚਾਨਕ ਮੈਨੂੰ ਉੱਥੇ ਮੈਂ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਮੇਰੇ ਇੱਥੇ ਬਲੱਡ ਜਿਹੜਾ ਸੀ ਇਕੱਠਾ ਹੋਇਆ, ਉਹ ਸਾਰਾ ਮੇਰੀ ਵਰਦੀ 'ਤੇ ਆ ਗਿਆ। ਇਹਨੇ ਜਦੋਂ ਪੂਰਾ ਜ਼ੋਰ ਨਾਲ ਫਾਇਰਿੰਗ ਸ਼ੁਰੂ ਹੋ ਗਈ ਤੇ ਉੱਥੋਂ ਫਿਰ ਅਸੀਂ ਚੱਲਦੇ ਹੋਏ ਗਲੀ ਥਾਣੀ ਨਿਕਲੇ। ਪਿੱਛੇ ਝੂਠਾ ਬਾਜ਼ਾਰ ਹੁੰਦਾ ਸੀ ਜੀ, ਉਹ ਬੰਦ ਹੋ ਰਿਹਾ ਸੀ, ਲੋਕ ਦਹਿਸ਼ਤ ਦੇ ਵਿੱਚ ਭੱਜ ਰਹੇ ਸਨ। ਤੇ ਉੱਥੇ ਅਸੀਂ ਦੋਨੋਂ ਵਰਦੀ ਸਾਂ। ਇੱਕ ਸਕੂਟਰ ਵਾਲੇ ਨੂੰ ਰੋਕਿਆ ਸੁਰੇਸ਼ ਨੇ ਸਕੂਟਰ ਚਲਾਇਆ, ਮੈਂ ਪਿੱਛੇ ਪਿਲੀਅਨ 'ਤੇ ਬੈਠ ਗਿਆ ਤੇ ਉੱਥੋਂ ਅਸੀਂ ਚੱਲੇ। ਫਾਇਰਿੰਗ ਸੁਰੇਸ਼ ਵੀ ਕਰਦਾ ਰਿਹਾ ਸੀ, ਮੈਂ ਵੀ ਕਰਦਾ ਰਿਹਾ। ਉੱਥੋਂ ਫਿਰ ਅਸੀਂ ਗਲੀਆਂ ਥਾਣੀ ਹੁੰਦੇ ਹੋਏ ਅੱਗੇ ਹਸਪੀਟਲ ਵੱਲ ਚਲੇ ਗਏ। ਉੱਥੇ ਰਸਤੇ 'ਚ ਹੁਣ ਤੇ ਫਲਾਈਓਵਰ ਵਗੈਰਾ ਬਣ ਗਏ, ਅੰਮ੍ਰਿਤਸਰ 'ਚ ਬਣੇ। ਉਹਨਾਂ ਦਿਨਾਂ 'ਚ ਰੇਲਵੇ ਫਾਟਕ ਹੁੰਦੇ ਸੀ। ਜਦੋਂ ਅਸੀਂ ਹਸਪਤਾਲ ਦੇ ਨੇੜੇ ਪਹੁੰਚੇ ਤਾਂ ਉੱਥੋਂ 2 ਗਜ਼ ਦੇ ਉੱਤੇ ਇੱਕ ਫਾਟਕ ਹੁੰਦਾ ਸੀ, ਉਹ ਫਾਟਕ ਬੰਦ ਸੀ। ਫਿਰ ਅਸੀਂ ਸਕੂਟਰ ਖੜਾ ਕੀਤਾ, ਉੱਥੋਂ ਫਿਰ ਅਸੀਂ ਪੈਦਲ ਅੱਗੇ ਗਏ। ਉੱਥੇ ਜਾ ਕੇ ਤੇ ਰੋਜ਼ ਗੋਲੀਆਂ ਚੱਲ ਕੇ ਜਿਹੜੇ ਫੱਟੜ ਬੰਦੇ ਤੁਸੀਂ ਦੇਖਣ ਜਾਈਦਾ ਸੀ ਐਮਰਜੈਂਸੀ 'ਚ, ਉੱਥੇ ਹੀ ਜਾ ਕੇ ਅਸੀਂ ਪੌੜੀਆਂ ਚੜ੍ਹ ਕੇ ਐਮਰਜੈਂਸੀ ਸੀ ਜਿੱਥੇ ਉੱਥੇ ਮੈਂ ਜਿਹੜਾ ਬੈੱਡ ਖਾਲੀ ਸੀ ਬੈਠ ਗਿਆ। ਤੇ SSP ਨੇ ਜਾ ਕੇ ਡਾਕਟਰ ਇਕੱਠੇ ਕੀਤੇ ਤੇ ਆ ਗਏ। ਅੱਛਾ, ਉੱਧਰੋਂ ਫੋਰਸ ਜਿਹੜੀ ਸੀ ਉਹ ਰੋਜ਼ ਉਹਨਾਂ ਨੂੰ ਇਹ ਨਹੀਂ ਕਰਨਾ। ਅੱਛਾ, ਹੁਣ ਜਦੋਂ ਮੈਂ ਰੋਜ਼ ਪਿਕੇਟ 'ਤੇ ਜਾਂਦਾ ਸੀ ਔਰ ਉਹਨਾਂ ਨੂੰ ਬਰੀਫ ਕਰਦਾ ਸਾਂ, ਹੁਣ ਮੈਂ ਹੀ ਜਦੋਂ ਇੰਜਰ ਹੋ ਗਿਆ ਤੇ ਫੋਰਸ ਵੀ ਜਿਵੇਂ ਹੁੰਦਾ ਨਾ ਇੱਕ ਵਾਰੀ ਪੂਰੀ ਗਰਮੀ ਖਾ ਜਾਣਾ ਜੀ, ਅੱਜ ਆਰ-ਪਾਰ ਦੀ ਲੜਾਈ ਲੜਾਂਗੇ। ਉਹਨਾਂ ਨੇ ਪੂਰੇ ਜ਼ੋਰ ਨਾਲ ਫਾਇਰਿੰਗ ਸ਼ੁਰੂ ਕਰਤੀ। ਫਿਰ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਫਾਇਰਿੰਗ ਰੋਕੋ, ਉਹ ਕਹਿੰਦੇ ਸਰ ਆਜ ਨਹੀਂ।
आज इन्होंने फायरिंग करके हमारे सीनियर अफसर को इंजर किया है, आज हम आर पार की लड़ाई लड़ेंगे। वो फिर सारा जड़ा सी जी शाम तक गोली चलती रही, मेरे ख्याल 5-7 हज़ार गोली दोनों पासे चल गई होनी है। अच्छा, सरबजीत उधरों उन्होंने छड़ के आया सी, वो फटाफट जो पता लग्या मैं इंजर हो गया, सारे हस्पताल आने शुरू हो गए, बट वो सैटिस्फाइड सन कि मैं ठीक हाँ। तो उधरों फायरिंग वगैरह शुरू होके ते ਇਹ ਕਿਹਾ ਜਾ ਰਿਹਾ ਸੀ ਫੋਰਸ ਨੂੰ ਵੀ ਬੰਦ ਕਰੋ ਫਾਇਰਿੰਗ, ਪਰ ਉਹ ਬੰਦ ਨਹੀਂ ਸੀ ਕਰ ਰਹੇ। ਅੱਛਾ ਅਲਟੀਮੇਟਲੀ ਜੀ ਜਾਂ ਤਾਂ ਸਾਨੂੰ ਅਸ਼ੋਰ ਕਰੋ ਕਿ ਤੁਸੀਂ ਆਪਰੇਸ਼ਨ ਕਰੋਗੇ ਅੰਦਰ, ਹਾਂ ਤੇ ਅਦਰਵਾਈਜ਼ ਅਸੀਂ ਵੜਾਂਗੇ ਅੰਦਰ ਅੱਜ। ਅੱਛਾ, ਅਲਟੀਮੇਟਲੀ ਇਹ ਹੋਇਆ ਜੀ 4:30-5 ਵਜੇ ਸਰਕਾਰ ਨੇ ਅਸ਼ੋਰੈਂਸ ਦਿੱਤੀ ਗਵਰਨਮੈਂਟ ਆਫ ਇੰਡੀਆ ਨੇ ਤੇ ਪੰਜਾਬ ਗਵਰਨਮੈਂਟ ਨੇ, ਕਿ ਅਸੀਂ ਫੁੱਲ ਸਕੇਲ ਆਪਰੇਸ਼ਨ ਕਰਾਂਗੇ। और दूसरे ही दिन मतलब रिबेरो साहब भी आ गए, KPS गिल साहब भी आ गए, और सारे मतलब सारे सीनियर ਜਿਹੜੇ ਸੀ ਉਧਰੋਂ मतलब ਮੇਰਾ ਪਤਾ ਲੈਣ ਲਈ ਮੇਰੇ DG CRPF ਜੀ, ਉਹ ਯੂਨੀਅਨ ਹੋਮ ਸੈਕਟਰੀ ਸੁਮਈਆ ਸਾਹਿਬ ਜੀ, ਇਹ ਸਾਰੇ ਅੰਮ੍ਰਿਤਸਰ ਆ ਗਏ ਜੀ। ਔਰ ਇਹਨਾਂ ਨੇ ਉਹ ਫੈਸਲਾ ਕਿਉਂਕਿ ਕੀਤਾ ਸੀ ਤੇ ਅੱਗੇ ਪਲੈਨਿੰਗ ਸ਼ੁਰੂ ਹੋ ਗਈ, ਤੇ 2-3 ਦਿਨਾਂ ਦੇ ਵਿੱਚ ਹੀ ਇਹਨਾਂ ਨੇ NSG ਵੀ ਆ ਗਈ, ਇੱਧਰੋਂ ਪੰਜਾਬ ਪੁਲਿਸ CRP, ਇਹਨਾਂ ਨੇ ਸਾਰੇ ਐਗਜ਼ਿਟ ਪੁਆਇੰਟ ਬੰਦ ਕੀਤੇ ਸੀ, ਸਾਰਾ ਬਲੌਕ ਕਰਕੇ ਰੱਖਿਆ ਸੀ, ਨਾਲ ਅਨਾਉਂਸਮੈਂਟਸ ਕਰਕੇ ਜਿਹੜੇ ਸਿਵਲੀਅਨ ਦੇ ਵਿੱਚ ਹੈਗੇ ਸੀ ਉਹਨਾਂ ਨੂੰ ਬਾਹਰ ਕਢਾ ਲਿਆ ਗਿਆ। ਤੇ ਉੱਥੇ ਫਿਰ ਇਹਨਾਂ ਫੋਰਸਿਸ NSG, ਪੰਜਾਬ ਪੁਲਿਸ ਔਰ CRP ਇਹਨਾਂ ਦੀ ਮਦਦ ਦੇ ਨਾਲ ਸਾਰਾ ਬਲੌਕ ਕਰਕੇ ਸਾਰੇ ਸ਼ਹਿਰ ਦਾ ਕੰਮ, ਜਿਵੇਂ ਬਲੂ ਸਟਾਰ ਦੇ ਅੰਦਰ ਪੂਰੇ ਪੰਜਾਬ 'ਚ ਕਰਫਿਊ ਲਾਤਾ ਗਿਆ, ਜੀ ਇਸ ਤਰ੍ਹਾਂ ਕੁਝ ਨਹੀਂ ਕੀਤਾ ਗਿਆ। ਈਵਨ ਅੰਮ੍ਰਿਤਸਰ ਸ਼ਹਿਰ ਦੀ ਵਰਕਿੰਗ ਜਿਹੜੀ ਸੀ ਉਹ ਨਾਰਮਲ ਸੀ। ਅੱਛਾ, ਸਿਰਫ ਕਰੀਬ 1 ਕਿਲੋਮੀਟਰ ਦੇ ਏਰੀਆ ਦੇ ਵਿੱਚ ਦਰਬਾਰ ਸਾਹਿਬ ਦੇ ਚਾਰੋਂ ਪਾਸੇ ਉੱਥੇ ਕਰਫਿਊ ਲਾਇਆ ਗਿਆ। ਸਾਰੇ ਇੰਡੀਆ ਦੀ ਹੀ ਨਹੀਂ, ਇੰਟਰਨੈਸ਼ਨਲ ਪ੍ਰੈਸ ਵੀ ਆਈ, ਜਿਨ੍ਹਾਂ ਨੂੰ ਉੱਥੇ ਬਿਠਾ ਕੇ ਬ੍ਰਹਮਬੂਟੇ ਅਖਾੜੇ 'ਚ ਤੇ ਹੋਰ ਨਾਲ ਦੀਆਂ ਬਿਲਡਿੰਗ 'ਤੇ ਸਾਰਾ ਕੁਝ ਦਿਖਾਇਆ ਗਿਆ। ਅੱਛਾ, ਮੁੰਡੇ ਜਿਹੜੇ ਅੰਦਰ ਖੜਕੂ ਸਨ, ਉਹਨਾਂ ਨੂੰ ਕੁਝ ਨੂੰ ਜਦੋਂ ਆਵਾਜ਼ ਦਿੱਤੀ ਤੇ ਉਹ ਕਈ ਸਰੈਂਡਰ ਵੀ ਕਰ ਗਏ, ਕੁਝ ਹੱਥ ਖੜੇ ਕਰਕੇ ਬਾਹਰ ਆ ਗਏ ਜੀ। ਤੇ ਔਨ ਦਾ ਹੋਲ 18 ਤੱਕ ਸਾਰਾ ਜਿਹੜਾ ਆਪਰੇਸ਼ਨ ਸੀ ਇਹ ਖਤਮ ਹੋ ਗਿਆ, ਜਿਹਦੇ ਵਿੱਚ ਕਰੀਬ 20 ਟੈਰਰਿਸਟ ਮਰੇ। ਪੁਲਿਸ ਵੱਲੋਂ ਮੈਂ ਇਕੱਲਾ ਹੀ ਇੰਜਰਡ ਸਾਂ, ਹੋਰ ਕੋਈ ਵੀ ਇੰਜਰੀ ਨਹੀਂ, ਕੋਈ ਕੈਜੁਅਲਟੀ ਨਹੀਂ, ਔਰ 200 ਦੇ ਕਰੀਬ ਮਿਲੀਟੈਂਟਸ ਨੇ ਸਰੈਂਡਰ ਕੀਤਾ, ਹੱਥ ਖੜੇ ਕਰਕੇ ਬਾਹਰ ਆਏ, ਔਰ ਉਹਨਾਂ ਨੇ ਜੋ ਦਰਬਾਰ ਸਾਹਿਬ ਦੇ ਅੰਦਰ ਗੰਦ ਪਾਇਆ, ਉਹ ਸਰ ਜ਼ਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਗੰਦ ਉਹਨਾਂ ਨੇ ਕਿੰਨਾ ਪਾਇਆ ਅੰਦਰ। ਨਹੀਂ ਦੇਖੋ, 7-8-10 ਦਿਨ ਅੰਦਰ ਰਹੇ, ਹਾਂ, ਤੋ ਹੁਣ ਬਾਹਰ ਬਾਥਰੂਮ ਵਗੈਰਾ ਤੱਕ ਜਾ ਨਹੀਂ ਸੀ ਸਕਦੇ, ਉਹ ਫਿਰ ਸਾਰਾ ਕੁਝ ਗੰਦ ਉੱਥੇ ਹੀ ਪੈਣਾ ਸੀ। ਅੱਛਾ, ਉਹ ਫਿਰ ਉਹ ਨਾ ਦੱਸਿਆ ਹੀ ਬੈਟਰ ਹੈ, ਪਰ ਉਹ ਜੋ ਹਾਲਾਤ ਸਨ ਉਹ ਬਹੁਤ ਮਾੜੇ ਸੀ, ਔਰ ਉਹਨਾਂ ਨੇ ਇੱਕ ਵਾਰੀ ਇਸ ਜਿਹੜੀ ਆਪਣੀ ਇਹਨਾਂ ਦੀ ਮੂਵਮੈਂਟ ਸੀ ਉਹਨੂੰ ਬੜੀ ਵੱਡੀ ਢਾਲ ਆਈ। ਠੀਕ ਹੈ। ਤੇ ਇੱਕ ਵਾਰੀ ਸਾਰਾ ਕੁਝ ਜਿਹੜਾ ਸੀ ਦਰਬਾਰ ਸਾਹਿਬ ਦੇ ਅੰਦਰ ਨਾਰਮਲ ਹੋ ਗਿਆ ਬੜੀ ਛੇਤੀ। DC ਸਰਬਜੀਤ ਸਿੰਘ ਹੋਰਾਂ ਨੇ ਔਰ KPS ਗਿੱਲ ਸਾਹਿਬ ਨੇ, ਇਹਨਾਂ ਦੀ ਕੋਸ਼ਿਸ਼ ਸੀ ਕਿ ਜਲਦੀ ਤੋਂ ਜਲਦੀ ਮਰਿਆਦਾ ਰਿਸਟੋਰ ਕਰ ਦਿੱਤੀ ਜਾਏ। ਉਹ ਫਿਰ ਸਾਰਾ ਕੁਝ ਇੱਕ ਵਾਰੀ ਠੀਕ ਠਾਕ ਸ਼ੁਰੂ ਹੋ ਗਿਆ ਜੀ, ਤੇ ਉਹਦਾ ਜਿਹੜਾ ਇੰਪੈਕਟ ਸੀ ਬੜੇ ਘੱਟ ਨੁਕਸਾਨ ਦੇ ਨਾਲ ਬਲੂ ਸਟਾਰ ਬੜੇ ਵੱਡੇ ਪੈਮਾਨੇ ਤੇ ਕੀਤਾ ਗਿਆ ਸੀ। ਆਰਮੀ ਲਿਆਂਦੀ ਗਈ ਸੀ, ਟੈਂਕ ਲਿਆਂਦੇ ਗਏ ਸੀ, ਤੋਪਾਂ ਲਿਆਂਦੀਆਂ ਗਈਆਂ ਸੀ, ਡੈਮੇਜ ਸੀ। ਇੱਥੇ ਬਹੁਤ ਘੱਟ ਡੈਮੇਜ ਸੀ, ਬਹੁਤ ਘੱਟ ਕੈਜੁਅਲਟੀ ਸੀ, ਬਹੁਤ ਘੱਟ ਸ਼ੋਅ ਆਫ ਫੋਰਸ ਔਰ ਯੂਜ਼ ਆਫ ਫੋਰਸ ਸੀ। ਮਤਲਬ ਸਰ ਜੇ ਤੁਹਾਡੀ ਗੱਲਬਾਤ ਤੋਂ ਮੈਂ ਅੰਦਾਜ਼ਾ ਲਾਵਾਂ ਤੇ ਜੇ ਇਸ ਤਰੀਕੇ ਤੁਹਾਡੇ ਤੇ ਗੋਲੀ ਚੱਲੀ ਔਰ ਤੁਹਾਡੇ ਫਾਇਰ ਵੱਜਿਆ ਔਰ ਉਸ ਤੋਂ ਬਾਅਦ ਸਾਰੀ ਫੋਰਸ ਜਿਹੜੀ ਤੁਹਾਡੇ ਥੱਲੇ ਰੋਜ਼, ਕਿਉਂਕਿ ਰੋਜ਼ ਹੀ ਤੁਸੀਂ ਉੱਥੇ ਜਿਹੜੀ ਫੋਰਸ ਸੀ ਰੋਜ਼ ਹੀ ਤੁਸੀਂ ਇੰਟਰੈਕਸ਼ਨ ਕਰਦੇ ਹੋਵੋਗੇ, ਕਿਉਂਕਿ ਰੋਜ਼ ਹੀ ਉੱਥੇ ਜਾਣਾ, ਰੋਜ਼ ਹੀ ਤੁਹਾਡੀ ਡਿਊਟੀ ਸੀ ਉੱਥੇ। ਉਹਨਾਂ ਨੇ ਜਿਸ ਤਰੀਕੇ ਹੈਂਡਲ ਕੀਤਾ ਤੇ ਜੇ ਇਸੇ ਸ਼ਾਂਤੀ ਤਰੀਕੇ ਨਾਲ, ਪਲੈਨਡ ਤਰੀਕੇ ਨਾਲ, ਸਮਝਦਾਰੀ ਨਾਲ ਬਲੂ ਸਟਾਰ ਪਲਾਨ ਕੀਤਾ ਹੁੰਦਾ ਤਾਂ ਸ਼ਾਇਦ ਅਕਾਲ ਤਖਤ ਨਾ ਢਹਿੰਦਾ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਨਹੀਂ ਦੇਖੋ, ਕੀ ਹੁੰਦਾ ਹਮੇਸ਼ਾ ਤੁਸੀਂ ਆਰਮੀ ਦਾ ਕੰਮ ਕੀ ਹੁੰਦਾ,
ਆਰਮੀ ਦਾ ਕੰਮ ਹੁੰਦਾ ਦੁਸ਼ਮਣ ਨਾਲ ਲੜਨਾ। ਜੀ ਜਦੋਂ ਤੁਸੀਂ ਆਪਣੇ ਲੋਕਾਂ ਨਾਲ ਲੜ ਰਹੇ ਹੋ, ਉਹਨਾਂ ਦੇ ਖਿਲਾਫ ਤੁਹਾਨੂੰ ਆਰਮੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੀ ਜੇਕਰ ਬਲੂ ਸਟਾਰ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਐਕਸ਼ਨ ਲੈਣਾ ਚਾਹੀਦਾ ਸੀ ਤੇ ਉਦੋਂ ਪਹਿਲਾਂ ਕਿ ਆਰਮੀ ਇਸਤੇਮਾਲ ਕੀਤੀ ਜਾਂਦੀ, ਇੱਕ ਵਾਰੀ ਪੁਲਿਸ ਨੂੰ ਵਰਤ ਲੈਣਾ ਜ਼ਰੂਰੀ ਸੀ। ਜੀ ਇਹ ਮੇਰਾ ਆਪਣਾ ਵਿਚਾਰ ਹੈ। ਔਰ ਮੈਂ ਜਿਵੇਂ ਦੇਖਿਆ ਕਿ ਅਸੀਂ ਕਈ ਵਾਰੀ ਦੇਖੋ ਇਹੋ ਜਿਹੀਆਂ ਸਿਚੁਏਸ਼ਨ ਆ ਜਾਂਦੀਆਂ ਸੀ ਜਿੱਥੇ ਅੰਮ੍ਰਿਤਸਰ ਕੰਮ ਕਰਦਿਆਂ, ਜਿੱਥੇ ਸਾਡਾ ਉਹਨਾਂ ਨਾਲ ਖਾੜਕੂ ਨੌਜਵਾਨਾਂ ਨਾਲ ਵਾਦ ਵਿਵਾਦ ਹੁੰਦਾ ਸੀ, ਸਾਡੀ ਬਹਿਸ ਹੁੰਦੀ ਸੀ, ਪਰ ਬਹੁਤ ਵਾਰੀ ਮੈਂ ਦੇਖਿਆ ਕਿ ਉਹ ਗੱਲ ਮੰਨ ਜਾਂਦੇ ਸੀ। ਅੱਛਾ, ਸਰੈਂਡਰ ਕਰਕੇ ਸਰੈਂਡਰ ਕਰ ਦਿੰਦੇ। ਇੱਕ ਵਾਰੀ ਉਹਨਾਂ ਨੇ ਕੁਝ ਅਕਾਲੀ ਵਰਕਰਾਂ ਦੀ ਬੰਦੂਕ ਲਾ ਕੇ ਖੋ ਕੇ ਜੀ ਨਾ, ਹੁਣ ਕੇਸ ਰਜਿਸਟਰ ਕਰਕੇ ਅੰਦਰ ਵੜੋ, ਸਾਰਾ ਉਹ ਵੀ ਕੀਤਾ ਜਾ ਸਕਦਾ ਸੀ। ਪਰ ਮੈਂ ਵਿੱਚ ਕੁਝ ਸੀਨੀਅਰ ਪੰਥਕ ਲੀਡਰ ਪਾਏ ਤੇ ਮੈਂ ਕਿਹਾ ਜੀ ਵੀ ਕੱਲ ਨੂੰ ਇਹ ਸਾਨੂੰ ਬਲੇਮ ਕੀਤਾ ਜਾਏਗਾ ਕਿ ਤੁਸੀਂ ਦਰਬਾਰ ਸਾਹਿਬ ਵੜੇ ਸੀ ਜੀ, ਤੇ ਇਹਨਾਂ ਨੂੰ ਕੋ ਬੰਦੂਕ ਵਾਪਸ ਦੇ ਦੇਣ, ਜਿੱਥੋਂ ਲੈ ਕੇ ਗਏ ਉੱਥੇ ਆ ਕੇ ਕਰ ਦੇ। ਤੇ ਥੋੜਾ ਜਿਹਾ ਸਾਨੂੰ ਉਹਨਾਂ ਨੂੰ ਸਮਝਾਉਣਾ ਪਿਆ। ਥੋੜੀ ਦੇਰ 'ਚ ਮੁੰਡੇ ਬਾਹਰ ਆਏ, ਉਹਨਾਂ ਨੇ ਲਿਆ ਕੇ ਗਨ ਵਾਪਸ ਕਰ ਦਿੱਤੀ ਔਰ ਨਾਲ ਕਿਹਾ ਜੀ ਵੀ ਸੌਰੀ, ਜੋਸ਼ 'ਚ ਆ ਕੇ ਸਾਡੇ ਤੋਂ ਹੋ ਗਿਆ ਸੀ। ਤੇ ਉਸੇ ਤਰ੍ਹਾਂ ਇੱਕ ਦੋ ਹੋਰ ਵਾਰੀ ਅੰਦਰ ਕਤਲ ਹੋ ਗਿਆ। ਤੇ ਮੈਂ ਉਹਨਾਂ ਨੂੰ ਦੱਸਿਆ ਵੀ ਦੇਖੋ, ਕਤਲ ਹੈ, ਦਰਬਾਰ ਸਾਹਿਬ ਹੈ ਜਾਂ ਕਿਤੇ ਵੀ ਹੈ, 302 ਤੇ ਹੈ ਨਾ। ਹਾਂਜੀ, 302 ਵੀ ਹੋਏਗਾ, ਇਨਕੁਐਸਟ ਵੀ ਹੋਏਗੀ, ਪੋਸਟਮਾਰਟਮ ਵੀ ਹੋਏਗਾ ਔਰ ਗ੍ਰਿਫਤਾਰੀਆਂ ਵੀ ਹੋਣਗੀਆਂ ਕਿਉਂਕਿ ਕਤਲ ਕੀਤਾ ਗਿਆ। ਜੀ ਹੁਣ ਜਾਂ ਤਾਂ ਮੇਰੇ ਨਾਲ ਉਹ ਬੰਦੇ ਆ ਜਾਣ ਜਿਨ੍ਹਾਂ ਨੇ ਕਤਲ ਕੀਤਾ ਜੀ, ਜਾਂ ਮੈਂ ਆਪੇ ਲੱਭਾਂਗਾ। ਹਾਂ, ਤੇ ਮੇਰੇ ਨਾਲ ਕੁਝ ਚਿਰ ਡਿਸਕਸ ਕਰਕੇ, ਬਹਿਸ ਕਰਕੇ ਕਰੀਬ 300 ਮੁੰਡਾ ਸਰੈਂਡਰ ਕਰ ਗਿਆ। ਅੱਛਾ, ਮੇਰੇ ਕੋਲ 25-30 ਬੰਦੇ ਸਨ ਸਿਰਫ, ਉਹ ਮੁੰਡਿਆਂ ਨੇ ਆ ਕੇ ਸਰੈਂਡਰ ਕੀਤਾ, ਜਿਹਦੇ ਵਿੱਚੋਂ ਮੈਂ ਸ਼ਾਮ ਤੱਕ ਮੇਰੇ ਖਿਆਲ ਹੈ ਮੈਂ ਕਰੀਬ 95% ਮੁੰਡੇ ਛੱਡ ਦਿੱਤੇ, ਸਿਰਫ 10-12 ਰੋਕੇ ਜਿਹੜੇ ਉਸ ਕੇਸ ਦੇ ਵਿੱਚ ਇਨਵੋਲਵ ਸਨ। ਜੀ ਸਰ, ਹੁਣ ਆਪਾਂ ਗੱਲ ਕਰੀਏ ਕਿ ਅੱਜ ਦੇ ਜੋ ਹਾਲਾਤ ਨੇ ਪੰਜਾਬ ਦੇ, ਕੋਈ ਤਾਂ ਕਹਿ ਰਿਹਾ ਹੈ ਕਿ ਮੈਂ 1000 ਰੁਪਇਆ ਮਹੀਨਾ ਦੇਵਾਂਗਾ ਕੁੜੀਆਂ ਨੂੰ, ਕੋਈ ਕਹਿੰਦਾ 2000 ਰੁਪਇਆ ਦੇਵਾਂਗਾ। ਫਿਰ ਡਰੱਗ ਦਾ ਮਸਲਾ ਉਵੇਂ ਦਾ ਉਵੇਂ ਖੜਾ ਹੈ ਪਿਛਲੇ 10-15 ਸਾਲਾਂ ਤੋਂ। ਫਿਰ ਬੇਅਦਬੀ ਦਾ ਮਸਲਾ ਉੱਥੇ ਦੇ ਉੱਥੇ ਖੜਾ ਹੈ। ਅਨਇੰਪਲੋਇਮੈਂਟ ਖੜੀ ਹੈ। ਅਨਇੰਪਲੋਇਮੈਂਟ ਤਾਂ ਚੰਨੀ ਸਰਕਾਰ ਨੇ ਇੱਕ ਹੋਰ ਵੱਡਾ ਕਦਮ ਚੱਕ ਲਿਆ ਕਿ ਅਸੀਂ ਆਇਲਸ ਸਰਕਾਰੀ ਇੰਸਟੀਚਿਊਟ ਖੋਲ੍ਹੇ ਜਾਣਗੇ ਆਇਲਸ ਵਾਸਤੇ, ਜਦ ਕਿ ਉਹ ਪ੍ਰਾਈਵੇਟ ਅਦਾਰਾ ਬਣਦਾ ਹੈ, ਪ੍ਰਾਈਵੇਟ ਸੈਕਟਰ ਦਾ ਕੰਮ ਹੈ। ਫਿਰ ਆਪਾਂ ਟੀਚਰਾਂ ਦੀ ਗੱਲ ਕਰ ਲਈਏ, ਫਿਰ ਹੈਲਥ ਸਿਸਟਮ ਦੀ ਗੱਲ ਕਰ ਲਈਏ। ਹੈਲਥ ਜਿਹੜੇ ਹੈਗੇ ਨੇ ESI ਦੇ ਵਰਕਰਸ ਨੇ, ਉਹਨਾਂ ਦਾ ਬੁਰਾ ਹਾਲ ਹੈ, ਲੁੱਟ ਮਚੀ ਹੋਈ ਹੈ। ਆਂਗਣਵਾੜੀ ਵਰਕਰਸ ਨੇ 53,000, ਉਹਨਾਂ ਦਾ ਇੱਕ ਅਲੱਗ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਕਿ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀਆਂ ਇਹ ਕਾਂਗਰਸ ਔਰ ਅਕਾਲੀ ਦਲ ਪਿਛਲੇ 25 ਸਾਲ ਤੋਂ ਰਾਜ ਕਰ ਰਹੇ ਨੇ, ਔਰ ਆਮ ਆਦਮੀ ਪਾਰਟੀ ਦਾ ਤਾਂ ਖੈਰ ਰਾਜ ਆਇਆ ਨਹੀਂ ਇੱਥੇ, ਉਹਨਾਂ ਦਾ ਦਿੱਲੀ ਰਾਜ ਹੈਗਾ, ਤੇ ਕਿਸ ਤਰ੍ਹਾਂ ਤੁਸੀਂ ਸੋਚਦੇ ਹੋ ਵੀ ਜਿਹੜੀ BJP ਅਗਰ ਪੰਜਾਬ 'ਚ ਆਉਂਦੀ ਹੈ ਤੇ ਉਹ ਕਿਸ ਤਰ੍ਹਾਂ ਇਹਨਾਂ ਸਾਰੇ ਮਸਲਿਆਂ ਨੂੰ ਹੈਂਡਲ ਕਰੇਗੀ ਔਰ ਇੱਕ ਆਮ ਬੰਦੇ ਨੂੰ ਕਿਵੇਂ ਰਿਲੀਫ ਮਿਲੇਗਾ? ਅੱਤਵਾਦ ਤੋਂ ਬਾਅਦ ਜੀ ਪੰਜਾਬ ਨੂੰ ਇੱਕ ਹੀਲਿੰਗ ਟੱਚ ਚਾਹੀਦਾ ਸੀ। ਉਦੋਂ ਬਾਅਦ ਕੀ ਹੋਇਆ, ਹੀਲਿੰਗ ਟੱਚ ਦੇਣ ਦੀ ਬਜਾਏ ਇੱਕ ਹੋਰ ਪਾਸੇ ਸਾਡੀ ਐਡਮਿਨਿਸਟ੍ਰੇਸ਼ਨ ਚੱਲ ਪਈ ਕਿ ਤੁਸੀਂ ਜਿਸ ਤਰ੍ਹਾਂ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਠੀਕ ਰਸਤੇ 'ਤੇ ਲਿਆ ਕੇ ਪੰਜਾਬ ਦੇ ਅੰਦਰ ਕੋਸ਼ਿਸ਼ ਕੀਤੀ ਜਾਂਦੀ ਕਿ ਜਿਹੜਾ ਵਕਤ ਗੁਆਚਿਆ ਪੰਜਾਬ ਦਾ 20-25 ਸਾਲ, ਉਹਦੇ ਅੰਦਰ ਜਿਹੜਾ ਪੰਜਾਬ ਨੂੰ ਫਾਈਨੈਂਸ਼ੀਅਲ ਲਾਸ ਹੋਇਆ ਉਹ ਪੂਰਾ ਕੀਤਾ ਜਾਵੇ। ਵੀ ਇੰਡਸਟਰੀ ਲਈ ਪੈਸੇ ਇਨਵੈਸਟ ਕਰਾਏ ਜਾਣ, ਟ੍ਰੇਡ ਔਰ ਕਾਮਰਸ ਦੀਆਂ ਆਪਸ਼ਨਸ ਸਟੇਟ ਲਈ ਖੋਲ੍ਹੀਆਂ ਜਾਣ ਔਰ ਇੱਕ ਇਕਨੋਮਿਕ ਰੀਜਨਰੇਸ਼ਨ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਏ। ਉਹ ਨਹੀਂ ਹੋਇਆ। ਉਹਦੀ ਜਗ੍ਹਾ 'ਤੇ ਕੀ ਆ ਗਿਆ, ਹਰ ਬੰਦਾ ਜੀ ਆ ਕੇਬਲ ਨੈਟਵਰਕ ਹੈ ਜੀ, ਆ ਟਰਾਂਸਪੋਰਟ ਹੈ ਜੀ, ਆ ਰੇਤਾ ਹੈ ਜੀ। ਤੁਸੀਂ ਵੱਖਰੇ ਵੱਖਰੇ ਐਵਨਿਊਜ਼ ਜਿਹੜੇ ਸੀ ਬੇਈਮਾਨੀ ਦੇ, ਪੈਸਾ ਬਣਾਉਣ ਦੇ, ਸਰਕਾਰਾਂ ਉਹਦੇ ਮਗਰ ਲੱਗ ਗਈਆਂ। ਅੱਛਾ, ਉਸੇ ਵੇਲੇ ਡਰੱਗਸ ਬੜੇ ਵੱਡੇ ਪੈਮਾਨੇ ਦੇ ਉੱਤੇ ਪੰਜਾਬ ਚੱਲ ਪਈਆਂ। ਹੁਣ ਜੇ ਦੇਖੋ
ਤੇ ਇੱਕ ਪੀੜ੍ਹੀ ਪੰਜਾਬ ਦੀ ਅੱਤਵਾਦ ਖਾ ਗਿਆ ਔਰ ਦੂਜੀ ਪੀੜ੍ਹੀ ਨੂੰ ਡਰੱਗਸ ਖਾ ਗਈ ਹੈ। ਜੀ ਸਰ, ਮੈਂ ਇੱਥੇ ਤੁਹਾਨੂੰ ਰੋਕਾਂਗਾ। ਤੁਸੀਂ ਡਰੱਗਸ, ਜਦੋਂ ਤੁਸੀਂ ਡੀਜੀਪੀ ਸੀਗੇ, ਕਿਆ ਉਸ ਵੇਲੇ ਵੀ ਡਰੱਗ ਦਾ ਕੋਈ ਇਸ਼ੂ ਸਟਾਰਟ ਹੋ ਗਿਆ ਸੀ, ਤੁਹਾਡੀ ਨਜ਼ਰ 'ਚ ਆਇਆ ਸੀ ਕਿ ਨਹੀਂ? ਦੇਖੋ, ਇਸ ਤਰ੍ਹਾਂ ਹੁੰਦਾ, ਤੁਸੀਂ ਜੇ ਪੁਲਿਸ ਅਫਸਰ ਹੋ ਨਾ ਤੇ ਗੱਲ ਹੋ ਜਾਣ ਤੋਂ ਬਾਅਦ ਸੋਚਣਾ ਨਹੀਂ ਹੁੰਦਾ। ਤੁਹਾਨੂੰ ਵਕਤ ਤੋਂ ਪਹਿਲਾਂ ਸਮਝਣਾ ਪੈਂਦਾ ਵੀ ਕੀ ਹੋ ਰਿਹਾ ਤੇ ਕੀ ਹੋ ਸਕਦਾ। ਮੈਂ ਉਸ ਵੇਲੇ ਸਰਕਾਰ ਦੇ ਨੋਟਿਸ 'ਚ ਲਿਆਂਦਾ ਸੀ ਕਿ ਡਰੱਗਸ ਆਉਣ ਵਾਲੇ ਵਕਤ ਸਾਡੇ ਲਈ ਬਹੁਤ ਵੱਡਾ ਚੈਲੰਜ ਬਣੇਗੀ ਔਰ ਸਾਨੂੰ ਵੱਡੇ ਡਰੱਗ ਡੀਲਰ ਨੇ ਜਿੰਨੇ ਉਹ ਸਾਰੇ ਚੁੱਕ ਕੇ ਅੰਦਰ ਕਰ ਦੇਣੇ ਚਾਹੀਦੇ ਆ ਔਰ ਸਾਨੂੰ ਬੜਾ ਸਟਰੋਂਗਲੀ ਇਹਨੂੰ ਕ੍ਰਸ਼ ਕਰ ਦੇਣਾ ਚਾਹੀਦਾ। ਅਸੀਂ ਕਰੀਬ 2-3 ਦਰਜਨ ਅਸੀਂ ਜਿਹੜੇ ਵੱਡੇ ਇੱਥੋਂ ਦੇ ਡੀਲਰ ਸਨ, ਅਸੀਂ ਸਾਰੇ NDPS ਐਕਟ ਦੀਆਂ ਪ੍ਰੋਵੀਜ਼ਨਸ ਦੇ ਵਿੱਚ ਜਿਹੜੀ ਡਿਟੇਨ ਦੇ ਪ੍ਰੋਵੀਜ਼ਨ ਨੇ ਉਹਨਾਂ ਨੂੰ ਅਸੀਂ ਫੜ ਕੇ ਸਾਰੇ ਅੰਦਰ ਕਰਤੇ। ਸਰਵਿੰਗ ਇੰਸਪੈਕਟਰ ਸੀ ਜਗਦੀਸ਼ ਸਿੰਘ ਭੋਲਾ ਜੀ, ਇਹ ਵੀ ਉਹਨਾਂ ਸੀ ਜਿਹਨਾਂ ਦੇ ਡਿਟੈਂਸ਼ਨ ਆਰਡਰ। ਇਹਨੂੰ ਫਿਰ ਕਿਸੇ ਨੇ ਇਨਫੋਰਮ ਕਰਤਾ। ਦੇਖੋ, ਕਾਲੀਆਂ ਭੇਡਾਂ ਹਰ ਥਾਂ ਹੁੰਦੀਆਂ। ਹਾਂਜੀ ਹਾਂ। ਉਹ ਫਿਰ ਕਿਸੇ ਨੇ ਅੰਡਰਗਰਾਊਂਡ ਹੋ ਗਿਆ, ਬਾਅਦ ਦੇ ਵਿੱਚ ਫਿਰ ਇਹ ਫੜਿਆ ਗਿਆ ਜੀ। ਤੇ ਅੱਛਾ, ਭੋਲਾ, ਇਹ ਤਾਂ ਪਹਿਲੀ ਦਫਾ ਗੱਲ ਆਈ ਹੈ ਕਿ ਭੋਲਾ ਤੁਹਾਡੇ ਟਾਈਮ ਦਾ ਐਕਟਿਵ ਹੈ। ਇਹ ਉਦੋਂ ਦਾ ਹੈ ਜੀ, ਬਠਿੰਡੇ ਇੰਸਪੈਕਟਰ ਪੋਸਟਡ ਸੀ ਜੀ। ਤੇ ਸਾਡੀ ਕੋਸ਼ਿਸ਼ ਸੀ ਸਾਰੇ ਬੰਦੇ ਉਦੋਂ ਚੁੱਕ ਲਏ ਸੀ ਤੇ ਕਿਸੇ ਪੁਲਿਸ ਅਫਸਰ ਨੇ ਉਹਨੂੰ ਟਿਪ ਆਫ ਕੀਤਾ ਜੀ ਤੇ ਬਾਅਦ ਵਿੱਚ ਪਤਾ ਵੀ ਖੈਰ ਲੱਗ ਗਿਆ ਸਾਨੂੰ ਕਿ ਕੌਣ ਹੈ ਜੀ। ਤੇ ਉਹ ਪਰ ਅਨਫੋਰਚੂਨੇਟ ਸੀ ਜੀ। ਪਰ ਅਸੀਂ ਜਦੋਂ ਇੱਕ ਵਾਰੀ ਉਦੋਂ ਕੀਤਾ, ਉਹਦਾ ਇੱਕ ਵਾਰੀ ਚੰਗਾ ਅੱਛਾ ਅਸਰ ਪਿਆ। ਪਰ ਸਰ, ਅੱਜ ਜੇ ਮੈਂ ਤੁਹਾਨੂੰ ਪੁੱਛਾਂ ਵੀ, ਕਿਉਂਕਿ ਤੁਹਾਡੇ ਅੱਜ ਵੀ ਸਾਰੇ ਪੁਲਿਸ ਡਿਪਾਰਟਮੈਂਟ 'ਚ ਲਿੰਕਸ ਹੈਗੇ ਨੇ, ਅੱਜ ਕਿੰਨੇ ਕੁ ਬੰਦੇ ਇਹਨਾਂ ਨੇ ਡਿਟੇਨ ਕੀਤੇ ਹੋਏ ਨੇ NDPS? ਦੇਖੋ, ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਇਸ ਵੇਲੇ ਇੱਕ ਵੀ ਬੰਦਾ ਡਿਟੈਂਸ਼ਨ 'ਚ ਹੈ ਨਹੀਂ। ਅੱਛਾ। ਜਦੋਂ ਡਰੱਗ ਇਸ਼ੂ ਨਹੀਂ ਸੀ ਇੰਨਾ ਵੱਡਾ, ਹਾਂਜੀ, ਅਸੀਂ ਉਦੋਂ 40 ਦੇ ਕਰੀਬ ਡਿਟੇਨ ਕੀਤੇ ਸੀ ਜੀ। ਤੇ ਅੱਜ ਤੇ ਤੁਹਾਡੇ 200-300 ਹੋਣੇ ਚਾਹੀਦੇ ਸੀ। ਔਰ ਉਹਨਾਂ ਹੀ ਨਹੀਂ, ਜੇਕਰ ਫਰਜ਼ ਕਰੋ ਕੋਈ ਪੁਲਿਸ ਵਾਲੇ ਵੀ ਨੋਟਿਸ 'ਚ ਆਏ ਨੇ, ਹਾਂਜੀ, ਜੇਕਰ ਜਗਦੀਸ਼ ਭੋਲਾ ਅੰਦਰ ਜਾ ਸਕਦਾ ਤੇ ਹੋਰ ਉਹਦੇ ਵਰਗੇ ਦੂਜੇ ਕਿਉਂ ਨਹੀਂ ਜਾ ਸਕਦੇ? ਸਰ, ਇਹ ਜਿਹੜਾ ਡਰੱਗਸ ਦਾ ਮਸਲਾ ਹੈ, ਹੁਣ ਇਸ ਵੇਲੇ ਜੇ ਮੈਂ ਪੰਜਾਬ ਦੀ ਗੱਲ ਕਰਾਂ ਔਰ ਤੁਹਾਡੇ ਤੋਂ ਵੀ ਕੋਈ ਗੱਲ ਛੁਪੀ ਨਹੀਂ ਹੋਈ, ਇਹ ਡਰੱਗ ਅੱਜ IPS ਅਫਸਰਾਂ ਤੋਂ ਕਾਟਲ ਸਟਾਰਟ ਹੋ ਰਹੇ ਨੇ। ਕੁਝ IPS, ਕੁਝ PPS, ਉੱਪਰ ਤੋਂ ਲੈ ਕੇ ਥੱਲੇ ਤੱਕ। ਦੇਖੋ, ਮੈਂ ਸਾਰਾ ਕਾਟਲ ਬਣ ਗਿਆ ਹੈ। ਸਹੀ ਗੱਲ ਹੈ, ਪਰ ਜਿੱਥੇ ਵੀ ਕਾਟਲਾਈਜੇਸ਼ਨ ਹੋਵੇ, ਜਿੱਥੇ ਤੁਹਾਨੂੰ ਕਿਸੇ ਜੂਨੀਅਰ ਦੀ ਰਿਸਪੌਂਸਿਬਿਲਿਟੀ ਲੱਗਦੀ ਹੈ, ਉੱਥੇ ਤੁਹਾਨੂੰ ਉਹਦਾ ਸਿਰ ਲਾਉਣਾ ਪਏਗਾ। ਤੁਹਾਡੇ ਕੋਲ ਛੋਟੀਆਂ ਆਪਸ਼ਨ ਹੈ ਨਹੀਂ। ਉਸੇ ਤਰ੍ਹਾਂ ਜੇਕਰ ਕੋਈ ਸੀਨੀਅਰ ਲੈਵਲ ਤੇ ਵੀ ਹੈ, ਈਵਨ ਹਿਸ ਹੈਡ ਹੈਜ਼ ਟੂ ਰੋਲ। ਠੀਕ। 2-4 ਬੰਦਿਆਂ ਦੀ ਤੁਹਾਨੂੰ ਐਗਜ਼ਾਮਪਲ ਬਣਾਉਣੀ ਪਏਗੀ ਜੀ, ਜਿਹੜੇ ਇਸ ਕੰਮ ਦੇ ਅੰਦਰ ਗਲਤ ਤਰੀਕੇ ਨਾਲ ਕੰਮ ਕਰ ਰਹੇ ਨੇ ਔਰ ਸ਼ਾਇਦ ਡਰੱਗਸ ਨੂੰ ਸ਼ਹਿ ਦੇ ਰਹੇ ਨੇ। ਉਹਨੂੰ ਬਹੁਤ ਸਟਰੋਂਗਲੀ ਉਹਨਾਂ ਦੇ ਖਿਲਾਫ ਕੰਮ ਕਰਨਾ ਪਏਗਾ। ਸਰ, ਹੁਣ ਮੈਂ ਆਖਰੀ ਸਵਾਲ ਮੇਰਾ ਕਿ ਤੁਸੀਂ ਕੀ ਸੋਚਦੇ ਹੋ ਕਿ ਜੇ BJP ਸਰਕਾਰ ਆਂਦੀ ਹੈ ਤੇ ਉਹਦੀਆਂ ਕੀ ਪ੍ਰਾਇਰਟੀਜ਼ ਹੋਣਗੀਆਂ? ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਆਪਣਾ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ, ਇੱਕ ਡਿਮਾਂਡ ਇਹ ਵੀ ਉੱਠ ਰਹੀ ਹੈ ਕਿ ਅੰਮ੍ਰਿਤਸਰ ਲਾਹੌਰ ਦਾ ਰੂਟ ਖੋਲ੍ਹ ਦਿੱਤਾ ਜਾਵੇ, ਕਿਉਂਕਿ ਬਹੁਤ ਵੱਡਾ ਇੱਕ ਇੰਡਸਟਰੀਅਲ ਬੂਸਟ ਮਿਲ ਜਾਏਗਾ ਪੰਜਾਬ ਨੂੰ ਜੇ ਅੰਮ੍ਰਿਤਸਰ ਲਾਹੌਰ ਰੂਟ ਖੁੱਲ੍ਹ ਜਾਂਦਾ ਹੈ। ਤੇ ਤੁਹਾਡਾ ਇਹਦੇ ਬਾਰੇ ਕੀ ਸੋਚਣਾ ਹੈ ਵੀ ਹੋਰ BJP ਹੋਰ ਕੀ ਐਸੇ ਇਨਸੈਂਟਿਵ ਲਿਆ ਸਕਦੀ ਹੈ ਸੈਂਟਰ ਕੋਲੋਂ, ਜਾਂ ਸੈਂਟਰ ਦੇ ਸਕਦਾ ਹੈ ਵੀ ਜਿਹਦੇ ਨਾਲ ਪੰਜਾਬ ਦੀ ਇੱਕ ਤਾਂ ਇਕਨੋਮੀ ਰਿਵਾਈਵ ਹੋ ਜੇ, ਦੂਸਰਾ ਜਿਹੜਾ ਯੂਥ ਹੈ ਉਹ ਡਰੱਗ ਤੋਂ ਬਾਹਰ ਆ ਜੇ, ਔਰ ਜਿਹੜੇ ਕਾਲੀਆਂ ਭੇਡਾਂ ਨੇ ਖਾਸ ਤੌਰ ਤੇ ਪੁਲਿਸ ਦੇ ਵਿੱਚ ਜਾਂ ਦੂਜੇ ਪੋਲੀਟੀਕਲ ਲੀਡਰ, ਉਹਨਾਂ ਤੇ ਨੱਥ ਪਾਈ ਜਾਵੇ? ਦੇਖੋ, ਇੱਦਾਂ ਹੁੰਦਾ, ਪੰਜਾਬ ਦੇ ਜਿਹੜੇ ਪਹਿਲਾਂ ਅੱਤਵਾਦ ਆ ਗਿਆ, ਫਿਰ ਡਰੱਗਸ ਆ ਗਈਆਂ ਜੀ। ਜੇਕਰ ਤੁਸੀਂ ਪੰਜਾਬ ਦੇ ਅਸਲੀ ਹਾਲਾਤ ਘੋਖਣ ਦੀ ਕੋਸ਼ਿਸ਼ ਕਰੋਗੇ ਨਾ ਜੀ, ਤੇ ਤੁਹਾਨੂੰ ਬਹੁਤ ਅਫਸੋਸ ਹੋਏਗਾ ਜੀ। ਮੈਂ ਐਵੇਂ ਪੜ੍ਹਦਾ ਰਹਿੰਦਾ ਕਵਿਤਾਵਾਂ ਇੱਧਰ ਉੱਧਰ, ਤੇ ਮੈਨੂੰ ਇੱਕ ਬੜੀ ਦਿਲ ਨੂੰ ਬਲੂੰਦਰ ਜਾਣ ਵਾਲੀ ਉਹ ਕਿਸੇ ਨੇ ਲਿਖੀ ਸੀ ਲਾਈਨ, ਕਹਿੰਦਾ ਵੀ ਰਾਤ ਨੂੰ ਜਦ ਹਨੇਰੀ ਰੁਕੀ ਕੀ ਡਿੱਠੇ ख्वाब
ਜੀ ਦੇਰ ਤਾਈਂ ਰੋਂਦੇ ਰਹੇ ਮੈਂ ਤੇ ਮੇਰਾ ਪੰਜਾਬ। ਬੜੀ ਸੱਚੀ ਲਾਈਨ ਹੈ। ਤੁਸੀਂ ਜੇਕਰ ਪੰਜਾਬ ਦੀ ਅਸਲੀਅਤ ਦੇਖਣੀ ਹੈ, ਅਸਲੀ ਪੰਜਾਬ ਰੋਂਦਾ ਪਿਆ ਹੈ। ਜਿਹੜਾ ਪੰਜਾਬ ਦਾ ਕਾਮਨ ਮੈਨ ਪਿੰਡਾਂ 'ਚ ਰਹਿਣ ਵਾਲਾ ਹੈ, ਉਹਦੇ ਕੋਲ ਕੁਝ ਵੀ ਹੈ ਨਹੀਂ, ਇਨਸਾਫ ਹੈ ਨਹੀਂ, ਉਹਨੂੰ ਨਾ ਅੱਗੇ ਕੋਈ ਆਸ ਉਮੀਦ ਦਿਸਦੀ ਪਈ ਹੈ। ਤੇ ਮੇਰੇ ਦਿਮਾਗ ਦੇ ਵਿੱਚ ਜੋ ਇੱਕ ਆਉਣ ਵਾਲੇ ਪੰਜਾਬ ਦਾ ਨਕਸ਼ਾ ਹੈ, ਉਹ ਇਹ ਕਿ ਅਸੀਂ ਲੋਕਾਂ ਨੂੰ ਜਿਹੜਾ ਬੇਸਿਕ ਇਨਸਾਫ ਹੈ ਉਹ ਦੇ ਸਕੀਏ, ਅਸੀਂ ਉਹਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਸਕੀਏ। ਅਸੀਂ ਬਹੁਤ ਵੱਡੇ ਪ੍ਰੋਮਿਸ ਵੀ ਹਰ ਇੱਕ ਨੂੰ 1000 ਰੁਪਈਆ ਦਿਆਂਗੇ, 2000 ਦਿਆਂਗੇ, ਦੂਜਾ ਕਹਿੰਦਾ, ਉਹਦੀ ਬਜਾਏ ਅਸੀਂ ਉਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਤਿਆਰ ਕਰੀਏ ਕਿ ਹਰ ਬੰਦੇ ਨੂੰ ਆਪਣੀ ਇੱਜ਼ਤ ਦੀ ਰੋਟੀ ਮਿਲ ਜਾਏ, ਹਰ ਬੰਦੇ ਨੂੰ ਆਪਣੇ ਘਰ ਦੇ ਅੰਦਰ ਬੈਠੇ ਨੂੰ ਇੰਨੀ ਸ਼ੋਰਟੀ ਹੋਵੇ ਕਿ ਮੈਨੂੰ ਇਨਸਾਫ ਮਿਲੇਗਾ। ਜੀ ਅੱਛਾ, ਸਟੇਟ ਦੇ ਅੰਦਰ ਜੋ ਕੁਝ ਨਹੀਂ ਹੋਇਆ ਪਿਛਲੇ 25 ਸਾਲਾਂ 'ਚ ਉਹ ਕੀਤਾ ਜਾਵੇ, ਇਨਵੈਸਟਮੈਂਟ ਲਿਆਂਦੀ ਜਾਵੇ, ਜਿਹੜੇ ਇਨਵੈਸਟਮੈਂਟ ਕਰਨ ਵਾਲੇ ਉਹਨਾਂ ਨੂੰ ਅਸ਼ੋਰ ਕੀਤਾ ਜਾਵੇ ਕਿ ਤੁਹਾਨੂੰ ਇੱਥੋਂ ਚੰਗੀ ਰਿਟਰਨ ਮਿਲੇਗੀ। ਉਸੇ ਤਰ੍ਹਾਂ ਟ੍ਰੇਡ, ਕਾਮਰਸ, ਐਜੂਕੇਸ਼ਨ। ਤੁਸੀਂ ਅੱਜ ਕੀ ਹੈ, ਤੁਹਾਡੇ ਪਿੰਡਾਂ ਦੇ ਸਕੂਲ ਜਾਂ ਕਾਲਜ ਕੀ ਚੱਲ ਰਹੇ ਨੇ? ਨਹੀਂ, ਪ੍ਰਾਈਵੇਟ ਯੂਨੀਵਰਸਿਟੀਆਂ ਉਹ ਜ਼ਰੂਰ ਕੰਮ ਕਰ ਰਹੀਆਂ, ਉਹ ਬਿਜ਼ਨਸ ਕਰ ਰਹੀਆਂ। ਤੇ ਮੇਰੇ ਦਿਮਾਗ ਦੇ ਵਿੱਚ ਇਹ ਹੈਗਾ ਕਿ ਜਿਸ ਤਰ੍ਹਾਂ ਇੰਡਸਟਰੀਅਲ ਰੀਜਨਰੇਸ਼ਨ ਕੀਤੀ ਜਾਵੇ, ਟ੍ਰੇਡ ਐਂਡ ਕਾਮਰਸ ਕੀਤਾ ਜਾਵੇ। ਤੁਸੀਂ ਦੱਸਿਆ ਵੀ ਲੈਂਡ ਰੂਟ ਔਰ ਟ੍ਰੇਡ ਟੂ ਪਾਕਿਸਤਾਨ ਉਹ ਖੋਲ੍ਹਿਆ ਜਾਵੇ। ਦੇਖੋ ਅੱਜ ਟ੍ਰੇਡ ਨਹੀਂ ਹੋ ਰਿਹਾ ਪਾਕਿਸਤਾਨ ਨਾਲ, ਹੋ ਰਿਹਾ। ਅੱਜ ਕਿਵੇਂ ਹੋ ਰਿਹਾ? ਇੱਥੋਂ ਦਾ ਸਮਾਨ ਚੁੱਕਿਆ ਜਾਂਦਾ ਹੈ, ਉਹ ਬੰਬੇ ਲੈ ਜਾਂਦੇ ਆ, ਉੱਥੋਂ ਸੀ ਰੂਟ ਸਾਣੀ ਕਰਾਚੀ ਲਿਜਾਇਆ ਜਾਂਦਾ, ਜਿੱਥੋਂ ਫਿਰ ਉਹ ਲਾਹੌਰ ਲਿਆਉਂਦੇ ਆ ਜੀ। ਤੇ ਜੇਕਰ ਆਹੀ ਰੂਟ ਖੋਲ ਦਿੱਤਾ ਜਾਏ ਤੇ ਉਹੀ ਚੀਜ਼ ਜਿਹੜੀ ਹੈ ਬਹੁਤ ਹੱਦ ਤੱਕ ਉਹਦੀ ਕੀਮਤ ਘਟ ਜਾਏਗੀ ਔਰ ਉਹ ਸਸਤੇ ਦਾਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਵੀ ਔਰ ਇੰਡੀਆ ਦੇ ਵਿੱਚ ਵੀ ਅਵੇਲੇਬਲ ਹੋਣਗੀਆਂ ਔਰ ਕਿਸਾਨੀ, ਵਪਾਰ, ਇੰਡਸਟਰੀ ਸਾਰਿਆਂ ਨੂੰ ਉਹਦਾ ਫਾਇਦਾ ਹੋਏਗਾ। ਉਸੇ ਤਰ੍ਹਾਂ ਮਤਲਬ ਜਿਵੇਂ ਆਉਣ ਵਾਲਾ ਸਮਾਂ ਹੈ, ਮੇਰੇ ਖਿਆਲ 'ਚ ਜਿਵੇਂ ਬੱਦੀ ਨੂੰ ਇੱਕ ਟੈਕਸ ਫਰੀ ਜ਼ੋਨ ਬਣਾਇਆ ਗਿਆ, ਉਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਬਾਰਡਰ ਏਰੀਆ ਦੇ ਵਿੱਚ ਇੱਕ ਅੱਧਾ ਬਣਾਉਣਾ ਚਾਹੀਦਾ ਜਿੱਥੇ ਇਨਵੈਸਟਰ ਫਰੈਂਡਲੀ ਐਟਮੋਸਫੀਅਰ ਹੋਵੇ ਕਿ ਜਿਹੜਾ ਉੱਥੇ ਇਨਵੈਸਟ ਕਰਦਾ ਉਹਨੂੰ ਉਹਦੀ ਟੈਕਸ ਤੋਂ ਬਚਤ ਹੋਵੇ ਔਰ ਬਚਾਅ ਹੋਵੇ ਔਰ ਨਾਲ ਉਹਨੂੰ ਅੱਛੀ ਰਿਟਰਨ ਮਿਲੇ। ਤੇ ਉਸ ਤਰ੍ਹਾਂ ਮੇਰਾ ਆਪਣਾ ਖਿਆਲ ਹੈ। ਉਸੇ ਤਰ੍ਹਾਂ ਕਿਸਾਨੀ, ਅੱਜ ਜਿਹੜੀ ਤੁਹਾਡਾ ਗਰੀਬ ਕਿਸਾਨ ਜਿਹੜਾ ਨਾ ਜੀ, ਉਹ ਇੱਕ ਬੁਰੀ ਤਰ੍ਹਾਂ ਫਸਿਆ ਹੋਇਆ ਕਰਜ਼ੇ ਦੇ ਸਰਕਲ ਦੇ ਵਿੱਚ, ਚੱਕਰ ਦੇ ਵਿੱਚ। ਉਹ ਚੱਕਰ ਤੁਹਾਨੂੰ ਤੋੜਨਾ ਪੈਣਾ ਹੈ ਜੀ। ਅੱਛਾ, ਦੂਜੀ ਚੀਜ਼ ਹੈ ਤੁਹਾਡੇ ਅੱਜ ਤੁਸੀਂ ਹੁਣੇ ਦੱਸਿਆ ਵੀ ਉਹ ਕ੍ਰੈਡਿਟ ਲੈਣ ਲਈ ਕਿਹਾ ਜਾ ਰਿਹਾ ਕਿ ਅਸੀਂ ਟ੍ਰੇਨਿੰਗ ਦਿਆਂਗੇ ਬੱਚਿਆਂ ਨੂੰ ਤਾਂ ਕਿ ਬਾਹਰ ਭੇਜਿਆ ਜਾ ਸਕੇ। ਕੀ ਤੁਸੀਂ ਇਹੋ ਜਿਹੀ ਕੰਡੀਸ਼ਨ ਤਿਆਰ ਨਹੀਂ ਕਰ ਸਕਦੇ ਕਿ ਮੁੰਡਿਆਂ ਨੂੰ ਇੱਥੇ ਨੌਕਰੀਆਂ ਮਿਲ ਜਾਣ ਜੀ? ਤੁਸੀਂ ਅੱਜ ਪੰਜਾਬ ਦੇ ਜੇ ਤੁਸੀਂ ਦੇਖੋ ਕਿੰਨੀ ਨੌਕਰੀ ਖਾਲੀ ਹੈ। ਅੱਜ ਪੰਜਾਬ ਦੇ ਵਿੱਚ ਘੱਟੋ ਘੱਟ ਸਰਕਾਰੀ ਨੌਕਰੀ ਜਿਹੜੀ ਖਾਲੀ ਪਈ ਹੈ ਉਹ 2 ਤੋਂ 3 ਲੱਖ ਹੋਏਗੀ ਜੀ। ਕੀ ਉਹ ਨਹੀਂ ਭਰੀ ਜਾ ਸਕਦੀ? ਤੁਸੀਂ ਦੇਖੋ, ਮੇਰੇ ਖਿਆਲ ਦੇ ਅੰਦਰ ਬਾਹਰ ਜਿਹੜਾ ਜਾਣਾ ਚਾਹੁੰਦਾ ਹੈ, ਜਿਹਦੇ ਕੋਲ ਰਿਸੋਰਸਿਸ ਹੈਗੇ, ਉਹ ਚਲੇ ਜਾਣ। ਪਰ ਇੱਕ ਗਰੀਬ ਮੁੰਡਾ ਜਿਹਦੇ ਕੋਲ 4 ਏਕੜ ਜ਼ਮੀਨ ਜਿਹਦੇ ਪਿਓ ਕੋਲ ਹੈ, ਉਹ 2 ਏਕੜ ਵੇਚਦਾ ਹੈ ਤੇ ਮੁੰਡੇ ਨੂੰ ਬਾਹਰ ਭੇਜਦਾ ਜੀ। ਤਾਂ ਕਿਉਂ? ਮੇਰੇ ਖਿਆਲ ਦੇ ਵਿੱਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜੇਕਰ ਉਹ ਮੁੰਡਾ ਇੱਥੇ ਰਹਿ ਕੇ ਆਪਣੇ ਪਿਓ ਦਾ ਖੇਤੀ ਦੇ ਵਿੱਚ ਹੱਥ ਵਟਾਉਂਦਾ, ਨਾਲ ਕਿਤੇ ਨੇੜੇ ਤੇੜੇ ਨੌਕਰੀ ਕਰਦਾ। ਇੱਕ ਲੋਕਾਂ ਦੀ ਡਿਮਾਂਡ ਆ ਰਹੀ ਹੈ, ਜੋ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ। ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁਲਾਇਆ ਜੀ। 70 ਸਾਲ ਪਹਿਲਾਂ ਜਿਵੇਂ ਗੱਲ ਕਰਦੇ ਆ ਵੀ ਇੰਨੀਆਂ ਸਰਕਾਰਾਂ ਆਈਆਂ ਤੇ ਕਦੀ ਕਿਸੇ ਨੇ ਐਫਰਟ ਹੀ ਨਹੀਂ ਕੀਤਾ, ਉਪਰਾਲਾ ਹੀ ਨਹੀਂ ਕੀਤਾ। ਜਦੋਂ ਹਿੰਦੁਸਤਾਨ ਔਰ ਪਾਕਿਸਤਾਨ ਦੀ ਵੰਡ ਹੋ ਰਹੀ ਸੀ, ਉਸ ਵੇਲੇ ਭਗਤ ਸਿੰਘ ਜੀ ਦੀ ਸਮਾਧ ਪਾਕਿਸਤਾਨ ਵੱਲ ਚਲੀ ਗਈ ਸੀ ਤੇ ਲੋਕਲ ਲੈਵਲ ਦੇ ਕਿਸੇ ਸੀਨੀਅਰ ਅਫਸਰ ਨੇ ਗੱਲ ਕਰਕੇ ਤੇ ਇੱਧਰੋਂ ਜ਼ਮੀਨ ਟ੍ਰਾਂਸਫਰ ਕਰਕੇ ਤੇ ਸਮਾਧ ਹਿੰਦੁਸਤਾਨ 'ਚ ਲੈ ਲਈ। ਪਾਕਿਸਤਾਨ ਨੇ ਉਸ ਵੇਲੇ ਕੋਆਪਰੇਟ ਕੀਤਾ ਤੇ ਸਮਾਧ ਹਿੰਦੁਸਤਾਨ 'ਚ ਆ ਗਈ। ਹੋ ਕਿਆ ਐਸਾ ਕੋਈ ਪ੍ਰਪੋਜ਼ਲ ਹੋ ਸਕਦੀ ਹੈ ਕਿ ਕਰਤਾਰਪੁਰ ਸਾਹਿਬ ਜਿਹੜਾ 500-700 ਏਕੜ ਜਾਂ 1000 ਏਕੜ 'ਚ ਜਿਹੜਾ ਸਾਡਾ ਉੱਥੇ ਏਰੀਆ ਹੈਗਾ, ਉਹ ਅਸੀਂ ਲੈ ਲਈਏ
ਤੇ ਸਾਡਾ ਇਧਰੋਂ 1000-1500 ਏਕੜ ਜਿੰਨਾ ਵੀ ਬਣਦਾ ਹੈ ਉਹ ਜਾਂ ਅਸੀਂ ਡਬਲ ਦਾ ਕੁਝ ਕਰਕੇ ਕੁਝ ਐਸਾ ਅਰੇਂਜਮੈਂਟ ਬਣ ਸਕਦਾ ਹੈ ਕਿ ਜੀ ਕਰਤਾਰਪੁਰ ਸਾਹਿਬ ਜਿਹੜੇ ਸਿੱਖ ਨੇ ਸਾਰੇ ਦੁਨੀਆ ਤੋਂ ਜਿਹੜੀ ਰੋਜ਼ ਅਰਦਾਸ ਹੁੰਦੀ ਹੈ ਕਿ ਖੁੱਲੇ ਦਰਸ਼ਨ ਦੀਦਾਰ, ਕੀ ਉਹ ਹੋ ਸਕਦਾ ਹੈ ਕਦੀ? ਦੇਖੋ ਇੱਦਾਂ ਹੁੰਦਾ, ਕੁਝ ਵੀ ਇੰਪੋਸੀਬਲ ਨਹੀਂ ਹੈ ਜੀ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਸਮਾਧ ਹੈ ਜੀ, ਉਹ ਪਾਕਿਸਤਾਨ ਦੇ ਅੰਦਰ ਸੀ ਜੀ। ਤੁਸੀਂ ਪੁਰਾਣੇ ਟਾਈਮ 'ਚ ਮੇਰੇ ਫਾਦਰ ਡੀਸੀ ਫਿਰੋਜ਼ਪੁਰ ਸਨ ਤੇ ਉਹਨਾਂ ਨੇ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਸੀ ਜੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਕੁਝ ਵੀ ਉਪਰਾਲਾ ਕਰਕੇ ਸਾਨੂੰ ਉਹ ਏਰੀਆ ਜਿਹੜਾ ਹੈ ਉਹ ਇੰਡੀਆ 'ਚ ਲੈਣਾ ਚਾਹੀਦਾ ਤਾਂ ਕਿ ਇੱਕ ਐਡੇ ਵੱਡੇ ਸ਼ਹੀਦ ਦੀ ਜਿਹੜੀ ਆਖਰੀ ਨਿਸ਼ਾਨੀ ਹੈ ਉਹ ਅਸੀਂ ਚੰਗੀ ਤਰ੍ਹਾਂ ਡਿਵੈਲਪ ਕਰ ਸਕੀਏ ਜੀ। ਔਰ ਕੁਝ ਕੋਸ਼ਿਸ਼ ਤੋਂ ਬਾਅਦ ਉਹ ਹੋ ਗਿਆ। ਦੇਖੋ ਕੋਈ ਵੀ ਚੀਜ਼ ਸਿੰਸੀਅਰਲੀ ਕੀਤੀ ਜਾਵੇ, ਸੱਚੇ ਦਿਲੋਂ ਕੀਤੀ ਜਾਵੇ ਤੇ ਤੁਸੀਂ ਦੇਖੋ ਕਿ ਉਹਦਾ ਰਸਤਾ ਨਿਕਲ ਆਉਂਦਾ ਜੀ। ਦੇਖੋ ਜੇਕਰ ਪੰਜਾਬ ਜਿਹੜਾ ਅੱਤਵਾਦ ਨਾਲ ਲੁੰਦਰਿਆ ਹੋਇਆ ਸੀ, ਜੇਕਰ ਉਹ ਸਿੱਧੇ ਰਸਤੇ ਆ ਗਿਆ ਜੀ, ਪੰਜਾਬ 'ਚ ਸ਼ਾਂਤੀ ਸਥਾਪਿਤ ਹੋ ਗਈ, ਇਹ ਇੱਕ ਮਿਰੇਕਲ ਤੋਂ ਘੱਟ ਨਹੀਂ ਹੈ। ਹਾਂਜੀ। ਮਤਲਬ ਜਿਹੜੇ ਬੰਦਿਆਂ ਨੇ ਅਸੀਂ ਉਹ ਦਿਨ ਹੰਡਾਏ ਹੈ ਤੇ ਮੈਨੂੰ ਨਹੀਂ ਸੀ ਕਦੇ ਲੱਗਦਾ ਕਿ ਇੱਥੇ ਅਸੀਂ ਨਾਰਮਲ ਦਿਨ ਦੇਖਾਂਗੇ ਜੀ, ਪਰ ਨਾਰਮਲ ਹੋਇਆ। ਉਹਦੇ ਅੰਦਰ ਲੋਕਾਂ ਦੀਆਂ ਅਸੀਸਾਂ ਦੁਆਵਾਂ ਉਹ ਰੋਲ ਅਦਾ ਕਰਦੀਆਂ। ਉਸੇ ਤਰ੍ਹਾਂ ਮੈਂ ਜੋ ਸਮਝਦਾ ਕਿ ਜੇਕਰ ਸੱਚੇ ਦਿਲੋਂ ਇਹ ਵੀ ਕੋਸ਼ਿਸ਼ ਕੀਤੀ ਜਾਵੇ ਤੇ ਕੋਈ ਐਸਾ ਮਸਲਾ ਨਹੀਂ ਹੈ ਜਿਹਦਾ ਹੱਲ ਨਾ ਹੋਵੇ। ਔਰ ਜੇਕਰ ਸਾਰੇ ਸਿੱਖ ਸੈਂਟੀਮੈਂਟ ਦੇ ਨਾਲ ਜੁੜੇ ਹੋਏ ਹੈ ਔਰ ਜੇ ਸਰਕਾਰ ਵੱਲੋਂ ਵੀ ਥੋੜੀ ਪਹਿਲ ਹੋ ਜਾਵੇ ਤੇ ਮੇਰਾ ਕਹਿੰਦਾ ਵੀ ਰਸਤਾ ਨਿਕਲ ਸਕਦਾ ਹੈ ਜੀ। ਵਿਰਕ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਜਿਸ ਤਰੀਕੇ ਵਿਰਕ ਸਾਹਿਬ ਨੇ ਕਿਹਾ ਕਿ ਬੀਜੇਪੀ ਦਾ ਜਿਹੜਾ ਪੰਜਾਬ ਦਾ ਵਿਜ਼ਨ ਹੈ ਉਹ ਬਿਲਕੁਲ ਕਲੀਅਰ ਹੈ। ਉਹ ਇੱਕ ਤਾਂ ਡਰੱਗ ਦੇ ਅਗੇਂਸਟ ਨੇ, ਸਭ ਤੋਂ ਵੱਡੀ ਜਿਹੜੀ ਡਰੱਗ ਨੂੰ ਨੱਥ ਪਾਉਣਾ ਚਾਹੁੰਦੇ ਨੇ। ਦੂਸਰਾ ਪਿਛਲੇ 25 ਸਾਲਾਂ 'ਚ ਜਿਹੜੇ ਵਾਅਦੇ ਕੀਤੇ ਨੇ ਸਰਕਾਰਾਂ ਨੇ ਔਰ ਪੂਰੇ ਨਹੀਂ ਕੀਤੇ, ਉਹ ਓਨੇ ਕੁ ਵਾਅਦੇ ਕਰਨਾ ਚਾਹੁੰਦੇ ਨੇ ਵੀ ਜਿਹੜੇ ਉਹ ਪੂਰੇ ਕਰ ਸਕਣ। ਫਿਰ ਅਸੀਂ ਹੈਲਥ ਸਿਸਟਮ ਨੂੰ ਇੰਪਰੂਵ ਕਰਨਾ ਚਾਹੁੰਦੇ ਨੇ। ਇਹ ESI ਬਹੁਤ ਵੱਡਾ ਇੱਕ ਅਦਾਰਾ ਹੈ ਜਿਹੜਾ ਕਿ 12 ਲੱਖ ਇੰਪਲੋਈਜ਼ ਨੂੰ ਅਸਰ ਕਰਦਾ ਹੈ। ਫਿਰ ਆਂਗਨਵਾੜੀ ਵਰਕਰ ਹੈ ਜਿਹੜੇ ਪਿੰਡ ਆਂਗਨਵਾੜੀ ਵਰਕਰ ਹੈ, 53,000 ਆਂਗਨਵਾੜੀ ਵਰਕਰ ਹੈ ਜਿਹੜਾ ਕਿ ਹਰ 6 ਮਹੀਨੇ ਬਾਅਦ ਸਾਲ ਬਾਅਦ ਉਹਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ ਔਰ ਐਜੀਟੇਸ਼ਨ ਕਰਨੀ ਪੈਂਦੀ ਹੈ। ਫਿਰ ਸਕੂਲ ਸੁਧਾਰਨਾ ਚਾਹੁੰਦੇ ਨੇ, ਫਿਰ ਕਾਲਜ ਸੁਧਾਰਨਾ ਚਾਹੁੰਦੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਉਸੇ ਤਰ੍ਹਾਂ ਜਿਸ ਤਰ੍ਹਾਂ ਸਾਰੇ ਦੁਨੀਆ ਦੇ ਸਿੱਖਾਂ ਦੀ ਮਨਸ਼ਾ ਹੈ ਖੁੱਲੇ ਦਰਸ਼ਨ ਦੀਦਾਰ ਹੋਣ, ਮਤਲਬ ਕਰਤਾਰਪੁਰ ਸਾਹਿਬ ਸਾਨੂੰ ਜਦੋਂ ਮਰਜ਼ੀ ਅਸੀਂ ਆ ਜਾ ਸਕੀਏ। ਤੇ ਇਹ ਵੀ ਇੱਕ ਡਿਮਾਂਡ ਹੈ ਕਿ ਕਰਤਾਰਪੁਰ ਸਾਹਿਬ ਨੂੰ ਜਿਹੜਾ ਹੈਗਾ ਹਿੰਦੁਸਤਾਨ ਆਪਣੇ ਲੈਂਡ ਐਕਸਚੇਂਜ ਕਰਕੇ, ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਹੋਰਾਂ ਦੀ ਕੀਤੀ ਸੀ ਸਮਾਧ ਇੱਧਰ, ਉਸ ਤਰ੍ਹਾਂ ਕੋਈ ਐਕਸਚੇਂਜ ਹੋ ਜੇ ਤਾਂ ਬਹੁਤ ਵੱਡਾ ਇੱਕ ਸਿੱਖਾਂ ਵਾਸਤੇ ਗਿਫਟ ਹੋ ਸਕਦਾ ਹੈ ਔਰ ਜਿਹੜਾ ਕਿ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਯਾਦ ਰੱਖਣਗੀਆਂ। ਸਾਰੇ ਦਰਸ਼ਕਾਂ ਦਾ ਸਾਡੇ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ।